ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਕਾਂਗਰਸ ਦੇ ਵਿੱਚ ਹੋਣ ਵਾਲੀ ਇੱਕ ਵੱਡੀ ਹਲਚਲ ਦੀ। ਜਿਵੇਂ ਕਿ ਚਰਚਾਵਾਂ ਨੇ ਕਿ ਵਿਜੀਲੈਂਸ ਦੇ ਰਡਾਰ ਦੇ ਉੱਪਰ ਕਾਂਗਰਸ ਦੇ ਸਾਬਕਾ ਮੰਤਰੀ, ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕ ਜਿਨ੍ਹਾਂ ਦੀ ਗਿਣਤੀ ਤਕਰੀਬਨ 3 ਦਰਜਨ ਹੈ, ਉਹ ਹੁਣ ਵਿਜੀਲੈਂਸ ਦੇ ਨਿਸ਼ਾਨੇ ਦੇ ਉੱਪਰ ਨੇ। ਕਿ ਇਸ ਤੋਂ ਬਾਅਦ ਹੁਣ ਵੱਡੀ ਹਲਚਲ ਹੋਣ ਜਾ ਰਹੀ ਹੈ ਕਾਂਗਰਸ ਦੇ ਵਿੱਚ। ਹਲਚਲ ਹੋਏਗੀ ਤਾਂ ਕਿਸ ਤਰ੍ਹਾਂ ਦੀ ਹੋਏਗੀ, ਇਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਜਿਹੜੇ ਕਿ ਕੱਲ ਵਿਰੋਧੀ ਧਿਰ ਦੀ ਮੀਟਿੰਗ ਜੋ ਹੋਈ ਸੀ, ਇੱਕ ਮੰਚ ਦੇ ਉੱਪਰ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਸੀ, ਉਹਨਾਂ ਦੀ ਮੀਟਿੰਗ ਦੇ ਵਿੱਚ ਆਖਰ ਅਰਵਿੰਦ ਕੇਜਰੀਵਾਲ क्यों नहीं पुजे, की कारण ने भी वो इस मीटिंग चो नदारद रहे ने, इस बारे गलबात की जाएगी। नाल ही नाल गलबात करांगे अरविंद केजरीवाल दे उस बयान दी जेड़ा बयान उन्होंने गैंगस्टरों के उपर दिता गा कि आखिर ये गैंगस्टर बधे फुले किवें ते हुण इन्हां दा सफाया किन्नी देर विच हो जाएगा, इस बारे गलबात करांगे। ते गलबात करने लई मेरे नाल जुड़े हुए ने सियासी मार के तौर पर प्रोफैसर जगरूप सिंह सेखों साहब। सब तो पहला स्वागत करदे हां सेखों साहब, स्वागत है जी लुकवा सच दे विच। बहुत शुक्रिया जी। सेखो साहब, आप शुरुआत करिए कांग्रेस के नाल, क्योंकि पिछले दिन की आप देखिए, पिछले 1 या 2 महीने के टाइम देखिए तो जदों भी किसी भी कांग्रेस के लीडर के उपर ईडी की या फिर विजिलेंस की टेढ़ी अख जाती है तो इस तो पहला कोई कार्रवाई होवे, कोई सम्मन होण, कोई परचा होवे, उस तो पहला ही कांग्रेस नूं अलविदा कह के वो मंत्री, वो विधायक झट दिने बीजेपी दे विच पहुंच जाते हैं। उदाहरणा बड़ियां ने, लेकिन हुण जो चर्चावां ने, जिवें कि बड़ा बयान भी आया सी कल भी तकरीबन 3 दर्जन के करीब साबका कांग्रेस के साबका विधायक, साबका मंत्री ते मौजूदा विधायक भी हुण विजिलेंस के निशाने के उपर ने। जेकर ये गल सच है, ये तत्थां के आधार के उपर है, ये जो चर्चा पहुंची हैगी साडे तक सूत्रां तो कि असी देख रहे हैं कि बड़ा पलायन हुण होएगा जेडे ये मंत्री ने, ये विधायक ने, कि हुण ये भी विजिलेंस तो बचन दे लई भारतीय जनता पार्टी की शरण च आउणगे। क्योंकि भारतीय जनता पार्टी दे विच जेड़ा भी बंदा जाता है वो तकरीबन ईडी अते विजिलेंस तो बचदा होया नज़र आउणा। किवें देख रहे हो, किड्डी क हलचल होण जा रही है कि सचमुच 3 दर्जन जेडे ये विधायक जे मंत्री ने कांग्रेस नूं अलविदा कह के भाजपा च जाणगे? ਇਹ ਤੁਸੀਂ ਗੱਲ ਤੁਹਾਡੀ ਠੀਕ ਹੈਗੀ ਆ ਕਿ ਪੰਜਾਬ ਜਿਹੜੀ ਸਰਕਾਰ ਕੇਂਦਰ ਇਸ ਵੇਲੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਵਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਜਾਂ ਪਿਛਲੀ ਸਰਕਾਰਾਂ ਜਿਹੜੇ ਮੰਤਰੀ ਸੀਗੇ ਜਾਂ ਜਿਹੜੇ ਹੋਰ ਸੀਗੇ ਉਹਨਾਂ ਦੇ ਸਮੇਂ ਦੌਰਾਨ ਕੀਤੇ ਹੋਏ ਜਿਹੜੇ ਕੰਮ ਆ, ਜਿਹੜਾ ਉਹਨਾਂ 'ਚ ਭ੍ਰਿਸ਼ਟਾਚਾਰ ਹੋਇਆ। ਇਹ ਗੱਲ ਤਾਂ ਮੇਰੇ ਖਿਆਲ ਬੱਚੇ ਦੀ ਜ਼ੁਬਾਨ ਤੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਸਾਨੂੰ ਜਿਹੜਾ ਪਹਿਲੇ ਸਮੇਂ ਜਿਹੜਾ ਰਾਜ ਕਰਦੀਆਂ ਧਿਰਾਂ ਸੀ, ਚਾਹੇ ਅਕਾਲੀ ਸੀ ਚਾਹੇ ਕਾਂਗਰਸੀ, ਇਨਕਲੂਡਿੰਗ ਬੀਜੇਪੀ ਜੀ ਵਾਲੇ ਵੀ ਸੀਗੇ, शायद ही ਤੁਹਾਨੂੰ ਕੋਈ ਸਹੁੰ ਖਾਣ ਨੂੰ ਬੰਦਾ ਮਿਲ ਜੂਗਾ ਕਿ ਜਿਹੜਾ ਭ੍ਰਿਸ਼ਟਾਚਾਰ ਦੇ ਵਿੱਚ ਇਸ ਤਰੀਕੇ ਨਾਲ ਜਾਂ ਉਸ ਤਰੀਕੇ ਦੇ ਨਾਲ ਲਿਪਤ ਨਾ ਹੋਇਆ ਹੋਊਗਾ, ਜਾਂ ਜਿਹਨੇ ਪਿੰਡ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਗੁੰਡਾਗਰਦੀ ਨਹੀਂ ਕੀਤੀ ਜਾਊਗੀ। ਇਹ ਗੱਲ ਠੀਕ ਆ। ਤੁਸੀਂ ਕੋਈ ਵੀ ਮਹਿਕਮਾ ਚੁੱਕ ਕੇ ਵੇਖ ਲਓ, ਇੱਥੇ ਤਾਂ ਗਦਾਮਾਂ ਦੇ ਗਦਾਮ ਜਿਹੜੇ ਸੀਗੇ ਉਹੀ ਵੇਚ ਕੇ ਖਾ ਜਾਂਦੇ ਰਹੇ। ਉਹ ਵੀ ਕਿਸੇ ਤੁਹਾਡੇ ਮੇਰੇ ਖਿਆਲ ਉਦੋਂ ਪਟਿਆਲੇ ਦਾ ਕੋਈ ਐਮਐਲਏ ਸੀਗਾ, ਉਹਦਾ ਭਾਣਜਾ ਨਿਕਲ ਆਇਆ। ਹੁਣ ਫਿਰ ਖਬਰ ਆਈ ਆ ਕਿ ਇੱਕ ਬਹੁਤ ਪਤਾ ਨਹੀਂ ਕਿੰਨੇ 3.5 ਲੱਖ ਕਰੋੜ ਦੀ ਜਿਹੜੀ ਕਣਕ ਹੀ ਵੇਚ ਕੇ ਖਾ ਗਏ ਆ। ਇੱਥੇ ਤਾਂ ਮਤਲਬ ਐਡਾ ਵੱਡਾ ਇਹ ਇਹਨਾਂ ਦੇ ਢਿੱਡ ਹੋਏ ਆ ਵੀ ਇਹ ਤਾਂ ਟਰੱਕ ਕੀ ਵੱਡੀਆਂ ਰੇਲ ਗੱਡੀਆਂ ਵੀ ਜਿਹੜੀਆਂ ਵਾ ਉਹਨਾਂ ਨੂੰ ਵੀ ਜਿਹੜਾ ਉਹ ਖਾ ਜਾਂਦੇ ਆ। ਸਰਕਾਰੀ ਜਿਹੜੀਆਂ ਜਿੰਨੀ ਵੀ ਸੰਪਤੀ ਸੀ, ਕਿਸ ਤਰੀਕੇ ਨਾਲ ਇਹਨਾਂ ਨੇ ਲੁੱਟਿਆ ਉਹਨਾਂ ਨੂੰ, ਕਿਸ ਤਰੀਕੇ ਨਾਲ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ। ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਸੀਗਾ ਨਹਿਰੀ ਜਿਹੜਾ ਹੈਗਾ ਸੀ, ਖਾਸ ਕਰਕੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਜਿਹਦੇ ਵਿੱਚ ਕਿੰਨੇ ਵੱਡੇ ਅਫਸਰ ਵੀ ਇਨਵੋਲਡ ਸੀਗੇ, ਠੇਕੇਦਾਰ ਵੀ ਉਹਦੇ ਨਾਲ ਸੀਗਾ, ਮੰਤਰੀ ਜੋ ਵੀ ਸੀਗੇ, ਸੰਤਰੀ ਤੋਂ ਲੈ ਕੇ ਮੰਤਰੀ ਤੱਕ ਇਨਵੋਲਡ ਸੀਗਾ। ਇਹਦਾ ਦੇਖੋ ਤੁਸੀਂ ਵੀ ਚੀਫ ਮਿਨਿਸਟਰ ਤੱਕ ਵੀ ਹੁਣ ਤਾਂ ਇਹ ਸੇਕ ਜਿਹੜੇ ਪੁਰਾਣਾ ਸਾਬਕਾ ਚੀਫ ਮਿਨਿਸਟਰ ਸੀਗੇ ਉਹਨਾਂ ਤੱਕ ਵੀ ਕਰਪਸ਼ਨ ਦਾ ਜਿਹੜਾ ਸੇਕ ਜਿਹੜਾ ਉਹ ਚਲਾ ਗਿਆ। ਕਿਉਂਕਿ ਕਾਂਗਰਸ ਪਾਰਟੀ ਦਾ ਪਿਛਲੇ 5 ਸਾਲ ਦਾ ਪਿਛਲਾ 5 ਸਾਲ ਕਾਂਗਰਸ ਪਾਰਟੀ ਦੇ ਕੋਲ ਸੀਗੀ ਤੇ ਇਹ ਪਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਜਿੱਤ ਕੇ ਆਈ ਆ। ਅਕਾਲੀ ਦਲ ਤਾਂ ਪਹਿਲਾਂ ਹਾਸ਼ੀਏ ਵਾਲੇ ਪਾਸੇ ਚਲਾ ਗਿਆ। ਅਕਾਲੀ ਦਲ ਨੂੰ ਤਾਂ ਸਜ਼ਾ ਲੋਕਾਂ ਨੇ 2017 ਦੇ ਵਿੱਚ ਹੀ ਦੇ ਦਿੱਤੀ ਸੀਗੀ ਤੇ ਕਾਂਗਰਸ ਨੂੰ ਲਿਆਂਦਾ ਸੀਗਾ। ਔਰ ਕਾਂਗਰਸ ਇਸ ਵੇਲੇ ਜਿਹੜੀ ਹੈਗੀ ਆ ਉਹ ਵੀ ਹਾਸ਼ੀਏ ਤੇ ਤਕਰੀਬਨ ਪਹੁੰਚੀ ਹੋਈ ਆ, ਘਰ ਡਿਵਾਈਡਡ ਹੋਇਆ, ਆਪਸੀ ਘਰ 'ਚ ਲੜਾਈ ਪਈ ਆ, ਇੱਕ ਦੂਜੇ ਨੂੰ ਕੋਸਣ ਤੇ ਲੱਗੇ ਆ, ਇੱਕ ਦੂਜੇ ਨੂੰ ਬਦਨਾਮ ਕਰਨ ਤੇ ਲੱਗੇ ਆ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਤੇ ਲੱਗੇ ਆ। ਇਹ ਗੱਲ ਪੱਕੀ ਹੈਗੀ ਆ ਕਿ ਤੁਸੀਂ ਕੋਈ ਜਿੱਦਾਂ ਮੈਂ ਪਹਿਲਾਂ ਕਿਹਾ ਵਾ ਕਿ ਸਾਰੇ ਹੀ ਇਸ ਮਾਮਲੇ ਵਿੱਚ ਨੰਗੇ ਆ।
ਲੋਕਾਂ ਦੀ ਇਸ ਸਰਕਾਰ ਤੋਂ ਸਭ ਤੋਂ ਵੱਡੀ ਆਸ ਇਹ ਹੈਗੀ ਆ ਵੀ ਇਹ ਜਿਹੜੀ ਕਰਪਸ਼ਨ ਹੈਗੀ ਆ, ਕਰਪਸ਼ਨ ਸਾਰੀਆਂ ਬਿਮਾਰੀਆਂ ਦੀ ਜੜ ਹੁੰਦੀ ਆ। ਉਹਦੇ ਨਾਲ ਸਾਡਾ ਜਿਹੜਾ ਢਾਂਚਾ ਵੀ ਵਿਗੜਦਾ ਹੈ, ਉਹਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਵੀ ਆਉਂਦੀ ਆ, ਉਹਦੇ ਨਾਲ ਗੈਂਗਸਟਰਜ਼ ਵੀ ਪੈਦਾ ਹੁੰਦਾ ਵਾ, ਉਹਦੇ ਨਾਲ ਇਨਇਕੁਐਲਿਟੀ ਵੀ ਵੱਧਦੀ ਆ, ਉਹਦੇ ਨਾਲ ਲੋਕਾਂ ਨੂੰ ਇਨਸਾਫ ਵੀ ਨਹੀਂ ਮਿਲਦਾ, ਉਹਦੇ ਨਾਲ ਜਿਹੜੀ ਆ ਖਾਸ ਕਰਕੇ ਧੱਕੇਸ਼ਾਹੀ ਬਹੁਤ ਵੱਧਦੀ ਆ, ਜਾਂ ਲੋਕਾਂ ਦਾ ਜਿਹੜਾ ਸਿਸਟਮ ਦੇ ਉੱਤੋਂ ਹੌਲੀ ਹੌਲੀ ਵਿਸ਼ਵਾਸ ਘਟਦਾ ਹੈ। ਉਹ ਸਾਰੇ ਦੀ ਜਿਹੜੀ ਜੜ ਜਿਹੜੀ ਹੈਗੀ ਆ ਉਹ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ। ਔਰ ਅਸੀਂ ਦੇਖਦੇ ਹਾਂ ਕਿ ਥੱਲਿਓਂ ਲੈ ਕੇ ਉੱਤੋਂ ਤੱਕ ਜਿਹੜਾ ਸੀਗਾ ਇਹ ਚੱਲਦਾ ਸੀਗਾ। ਔਰ ਜੇ ਇਸ ਸਰਕਾਰ ਨੇ ਇਹ ਕੰਮ ਚੁੱਕਿਆ, ਕਿਉਂਕਿ ਸਰਕਾਰ ਇਹ ਖਾਸ ਕਰਕੇ ਜੇ ਕਿਹਾ ਜਾਵੇ ਕਿ ਜਿਹੜੇ ਭਗਵੰਤ ਮਾਨ ਹੋਣੀ ਆ ਜਾਂ ਉਹਨਾਂ ਦੇ ਨਾਲ ਜਿਹੜੇ ਹੋਰ ਨਵੇਂ MLA ਆਏ ਆ, ਉਹ ਬਹੁਤੇ ਉਹਨਾਂ 'ਚੋਂ ਪਿੰਡਾਂ ਪੁੰਡਾਂ 'ਚੋਂ ਉੱਠ ਕੇ ਆਏ। ਹਾਂ ਠੀਕ, ਥੋੜ੍ਹੇ ਦੂਸਰੀਆਂ ਪਾਰਟੀਆਂ ਦੇ ਘਾਗ ਵੀ ਇਸ ਪਾਸੇ ਲਾ ਗਏ ਆ, ਪਰ ਜਿਹੜੀ ਫੀਡਬੈਕ ਇਹਨਾਂ ਦੇ ਕੋਲ ਹੈਗੀ ਆ ਉਹ ਇਹੀ ਹੈਗੀ ਆ ਕਿ ਇਹ ਸਰਕਾਰ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੂੰ ਜਾਂ ਪੁਰਾਣੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਲੋਕਾਂ ਨੇ ਇਸੇ ਕਰਕੇ ਨਕਾਰਿਆ ਵਾ ਕਿ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਹੋ ਚੁੱਕੇ ਸੀ। ਤੋ ਇਸ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਵੀ ਬਣਦਾ ਹੈ, ਕਿਉਂਕਿ ਨਹੀਂ ਤਾਂ ਇਹ ਸਾਰੇ ਇਕੱਠੇ ਹੋ ਕੇ ਇਹ ਸਰਕਾਰ ਨੂੰ ਜੀਣ ਨਹੀਂ ਦੇਣਗੇ। ਇਹ ਸਰਕਾਰ ਦੇ ਜਿਹੜੀ ਹੈਗੀ ਇਹਦੇ ਤੇ ਵਾਰ-ਵਾਰ ਵਾਰ ਕਰਨਗੇ, ਔਰ ਇਹ ਸਰਕਾਰ ਦੇ ਉੱਤੇ ਜਿਹੜਾ ਹੈਗਾ ਉਹ ਸਾਰੇ ਇੱਕ ਦੂਜੇ ਦੀ ਮਤਲਬ ਮਦਦ ਕਰਕੇ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਉਹਨਾਂ ਨੇ ਇਹ ਐਕਸ਼ਨ ਲੈ ਰਹੇ ਆ ਉਹਨਾਂ ਲੀਡਰਾਂ ਬਾਰੇ, ਕਿ ਉਹ ਘੱਟੋ ਘੱਟ ਇਹਦੇ ਨਾਲ ਹੁੰਦਾ ਕਿ ਲੋਕਾਂ ਦੇ ਵਿੱਚ ਸਿੰਪਥੀ ਬਹੁਤ ਜ਼ਿਆਦਾ ਕਾਇਮ ਹੁੰਦੀ। ਦੂਸਰੀ ਤੁਸੀਂ ਗੱਲ ਕਹੀ ਕਿ ਜਿਹੜਾ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਆ BJP ਉਸ ਪਾਸੇ ਵਾਲੇ ਚਲੇ ਜਾਣਗੇ। BJP ਦੇ ਵਿੱਚ ਕਾਂਗਰਸ ਨੂੰ ਲੈਣ ਦੀ ਇੱਕ ਸਮਰੱਥਾ ਹੈਗੀ ਆ। ਜੇ ਸਾਰੇ ਲੀਡਰ ਜਿਹੜੇ ਇਸ ਕਿਸਮ ਦੇ ਭ੍ਰਿਸ਼ਟ ਲੀਡਰ ਉਸ ਪਾਸੇ ਵੱਲ ਤੁਰੇ ਜਾਣਗੇ, ਤੇ ਜਿਹੜੇ BJP ਦੇ ਕੋਈ ਪੁਰਾਣੇ ਜਿਹੜੇ ਕਾਰਕੁਨ ਹੈਗੇ ਆ, ਜਿਹੜੇ ਉਹਨਾਂ ਦੇ ਨਾਲ ਪੀੜ੍ਹੀਆਂ ਜੁੜੇ ਆ, RSS ਵਾਲੇ ਲੋਕ ਹੈਗੇ ਆ, ਜਾਂ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜੁੜੇ ਆ, ਉਹਨਾਂ ਦਾ ਕੀ ਬਣੂਗਾ? ਔਰ ਜੇ ਉੱਥੇ ਪਹੁੰਚ ਗਏ ਤੇ ਫਿਰ ਇੱਥੇ ਉਹੀ ਖਲਾਰਾ ਪਾਉਣਗੇ। ਤੇ ਮੈਨੂੰ ਲੱਗਦਾ ਕਿ BJP ਬਹੁਤ ਵੇਟ ਐਂਡ ਵਾਚ ਵਾਲੀ ਗੱਲ ਕਰਦੀ ਆ। BJP ਇਹ ਠੀਕ ਹੈ ਕਿ ਚਾਹੁੰਦੀ ਆ ਕਿ ਪੰਜਾਬ ਉਹਨਾਂ ਲਈ ਇੱਕ ਅੰਤਮ ਕਿਲਾ ਹੈ ਨਾਰਥ ਦੇ ਵਿੱਚ, ਔਰ ਇਸ ਕਿਲੇ ਨੂੰ ਜਿੱਤਣ ਵਾਸਤੇ ਉਹ ਹਰ ਜਿਹੜੀ ਹੈ ਹੀਲੇ ਆ, ਹਰ ਕੋਸ਼ਿਸ਼ ਉਹ ਕਰਨਗੇ, ਪਰ ਉਹੀ ਵੇਖਣਗੇ ਵੀ ਇਹਨਾਂ 'ਚੋਂ ਕਿਹੜਾ ਲੀਡਰ ਯੂਸਫੁਲ ਆ। ਦੂਸਰੀ ਵੱਡੀ ਗੱਲ ਮਾਨ ਸਾਹਿਬ ਇਹ ਹੈਗੀ ਆ ਕਿ ਜਿਸ ਮਰਜ਼ੀ ਪਾਸੇ ਚਲੇ ਜਾਣ, ਇਹ ਭ੍ਰਿਸ਼ਟਾਚਾਰ ਦੇ ਮੁਕੱਦਮਿਆਂ ਤੋਂ ਵੀ ਬਚ ਜਾਣਗੇ, ਕੋਰਟਾਂ 'ਚੋਂ ਵੀ ਬਚ ਸਕਦੇ ਆ, ਪਰ ਇਹ ਲੋਕਾਂ ਦੀ ਕਚਹਿਰੀ ਤੋਂ ਨਹੀਂ ਬਚ ਸਕਦੇ। ਮੈਨੂੰ ਇਹ ਲੱਗਦਾ ਕਿ ਇਸ ਵੇਲੇ ਘੱਟੋ ਘੱਟ ਅਸੀਂ ਉਸ ਮੋੜ ਤੇ ਪਹੁੰਚ ਚੁੱਕੇ ਹਾਂ ਕਿ ਜਿੱਥੇ ਲੋਕਾਂ ਨੂੰ ਇਹਨਾਂ ਦਾ ਕਿਰਦਾਰ ਬਹੁਤ ਚੰਗੀ ਤਰ੍ਹਾਂ ਜਿਹੜਾ ਪਤਾ ਲੱਗ ਗਿਆ, ਤਾਂ ਇਹ BJP ਵਾਲੇ ਪਾਸੇ ਜਾਣਗੇ, ਕਮਜ਼ੋਰ ਕਾਂਗਰਸ ਹੋਊਗੀ, ਕਮਜ਼ੋਰ ਜਾਂ ਅਕਾਲੀ ਦਲ ਵਾਲੇ ਜਾਂਦੇ। ਸਰ ਆਪਾਂ ਇਹ ਗੱਲ ਕਹਿ ਸਕਦੇ ਦੇਖੋ ਸਰ ਵੀ ਜੇ ਕਾਂਗਰਸ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਰਪਸ਼ਨ ਦੇ, ਤੇ BJP ਜਿਹੜੀ ਆ ਉਹ ਇਹਨਾਂ ਸਾਰੇ ਮੰਤਰੀਆਂ ਨੂੰ ਰੱਖਿਆ ਕਵਰ ਦੇ ਰਹੀ ਹੈ ਜੀ। ਆਪਾਂ ਕਹਿ ਸਕਦੇ ਵੀ ਰੱਖਿਆ ਕਵਰ 'ਚ ਪਹੁੰਚਾ ਰਹੀ ਹੈ ਇਹਨਾਂ ਨੂੰ, ਕਿਉਂਕਿ ਜਦੋਂ ਵੀ ਕੋਈ ਲੀਡਰ ਦੇ ਉੱਪਰ ਕਿਸ ਤਰ੍ਹਾਂ ਦਾ ਕੋਈ ਐਲੀਗੇਸ਼ਨ ਲੱਗਦਾ ਖਾਸ ਤੌਰ ਤੇ ਕਰਪਸ਼ਨ ਨੂੰ ਲੈ ਕੇ, ਤਾਂ BJP ਵੱਲ ਚਲਾ ਜਾਂਦਾ ਗਾ। ਉਸ ਤੋਂ ਬਾਅਦ ਉਹ ਪਾਕ ਪਵਿੱਤਰ ਵੀ, ਜਿਵੇਂ ਤੁਸੀਂ ਵਾਸ਼ਿੰਗ ਮਸ਼ੀਨ ਦੀ ਗੱਲ ਕੀਤੀ, ਆਖਰ ਕਾਰਨ ਕੀ ਨੇ ਵੀ ਇਹਨਾਂ ਕਰਪਸ਼ਨ ਜੇ ਕਰਪਟ ਲੋਕ ਨੇ ਉਹਨਾਂ ਨੂੰ ਰੱਖਿਆ ਕਿਉਂ ਕਰ ਰਹੀ ਹੈਗੀ BJP? ਆਖਰ ਉਹਦੀ ਕੀ ਮਜਬੂਰੀ ਹੈ ਹੁਣ? ਇੱਕ ਪੰਜਾਬੀ 'ਚ ਕਹਾਵਤ ਹੈਗੀ ਆ ਕਿ ਮੱਝ ਭੁੱਖੀ ਸੀ ਤੇ ਤੂੜੀ ਗਿੱਲੀ ਸੀ, ਤੇ ਦੋਵਾਂ ਦਾ ਜਿਹੜਾ ਸੀ ਨਾ ਇੱਕ ਦੂਜੇ ਦੇ ਨਾਲ ਜਿਹੜਾ ਮਤਲਬ ਇਸੇ ਤਰੀਕੇ ਨੇ ਸਰਦਾ ਸੀਗਾ। ਤਾਂ BJP ਦਾ ਜਿਹੜਾ ਸਭ ਤੋਂ ਵੱਡਾ ਏਜੰਡਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਤਾਕਤ ਨੂੰ ਹਥਿਆਉਣਾ ਚਾਹੁੰਦੀ ਆ, ਤਾਕਤ ਨੂੰ ਜਿਹੜਾ ਉਹ ਲੈਣਾ ਚਾਹੁੰਦੀ ਆ। ਇਹਨਾਂ ਲੋਕਾਂ ਦੇ ਨਾਲ ਲੈ ਕੇ ਠੀਕ ਆ, ਜੇ ਕੋਈ ਧੜੇ ਦੇ ਲੋਕ ਹੈਗੇ ਆ, ਪਿੰਡਾਂ 'ਚੋਂ ਆਏ ਆ, ਇਲਾਕੇ 'ਚੋਂ ਲੋਕ ਵਾ, ਤੁਹਾਨੂੰ ਪਤਾ ਕਿ ਆਮ ਤੌਰ 'ਤੇ ਗੁੰਡਿਆਂ ਬਦਮਾਸ਼ਾਂ ਦੇ ਨਾਲ ਵੀ ਜਿਹੜੀ ਕਈ ਵਾਰੀ ਆਪਾਂ ਗੈਂਗਸਟਰ ਜਿਹੜੇ ਹੈਗੇ ਉਹਨਾਂ ਲਈ ਵੀ ਲੋਕ ਖੜੇ ਹੋ ਜਾਂਦੇ ਆ। ਤਾਂ ਇਹਨਾਂ ਦੀ ਕਿਤੇ ਨਾ ਕਿਤੇ ਕੁਝ ਫੋਲੋਇੰਗ ਹੁੰਦੀ ਆ, ਕੁਝ ਪਰਸੈਂਟੇਜ ਲੋਕ ਹੁੰਦੇ ਆ। ਤਾਂ BJP ਦਾ ਇਹ ਤਾਂ ਜ਼ਰੂਰ ਹੈਗਾ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਦੇ ਪਾਰਟੀ ਦੇ ਜਿਹੜਾ ਸਾਹਮਣੇ ਇੱਕ ਧਿਰ ਬਣ ਜਾਵੇ। ਪਰ ਮੈਨੂੰ ਇਹ ਲੱਗਦਾ ਕਿ BJP ਇੱਕ ਪਾਸੇ ਆ, ਆਮ ਆਦਮੀ ਇੱਕ ਪਾਸੇ ਆ, ਲੋਕ ਇੱਕ ਪਾਸੇ ਆ, ਕਿਉਂਕਿ ਲੋਕਾਂ ਦੇ ਹੀ ਸਪੋਰਟ ਦੇ ਨਾਲ ਕੋਈ ਲੀਡਰ ਵੱਡਾ ਬਣਦਾ ਵਾ ਔਰ ਕੋਈ ਲੀਡਰ ਜਿਹੜਾ ਉਹ ਥੱਲੇ ਡਿੱਗਦਾ ਹੈ। ਔਰ ਖਾਸ ਕਰਕੇ ਜਿਨ੍ਹਾਂ ਲੀਡਰਾਂ ਦੀ ਤੁਸੀਂ ਗੱਲ ਕੀਤੀ ਆ, ਜਿਹੜੇ ਹੁਣ BJP ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਪਾਰਟੀ ਵਾਲੇ ਪਾਸੇ ਆ ਰਹੇ ਆ, ਉਹ ਮੋਸਟਲੀ ਰਿਜੈਕਟਡ ਲੀਡਰ ਹੈਗੇ ਆ। ਹਾਂ, ਜੇ ਕੋਈ MLA ਜਾਂ MP ਛੱਡ ਕੇ ਜਾਂਦਾ ਵਾ ਤਾਂ ਉਹਦੇ ਨਾਲ ਉਹਦੀ ਜਿਹੜੀ ਹੈਗੀ ਆ ਮੈਂਬਰਸ਼ਿਪ ਖਤਮ ਹੋ ਜੂਗੀ, ਔਰ ਜੇ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ ਤਾਂ ਉੱਥੇ ਕੋਈ ਗਰੰਟੀ ਨਹੀਂ ਹੈ। ਤੁਸੀਂ ਦੇਖੋ ਕਾਂਗਰਸ ਦੇ ਵਿੱਚ ਵੀ ਇਸ ਵੇਲੇ ਤੁਹਾਨੂੰ ਕੋਈ ਇਸ ਕਿਸਮ ਦਾ ਕੱਦਵਾਰ ਲੀਡਰ ਨਹੀਂ ਦਿਸਦਾ ਕਿ ਜਿਹੜਾ ਜੇ ਉਹ ਛੱਡ ਕੇ ਦੂਸਰੇ ਪਾਸੇ ਜਾਂਦਾ ਵਾ ਔਰ ਉੱਥੇ ਫਿਰ ਉਹਨੂੰ ਚੋਣ ਲੜਨੀ ਪੈਂਦੀ ਆ ਜਾਂ ਚੋਣ ਲੜਦਾ ਵਾ, ਉਹਦੀ ਕੋਈ ਗਰੰਟੀ ਨਹੀਂ ਕਿ ਉਹ ਦੁਬਾਰਾ ਚੋਣ ਜਿੱਤ ਕੇ ਆ ਜਾਊਗਾ, ਕਿਉਂਕਿ ਲੋਕਾਂ ਦੀ ਕਚਹਿਰੀ ਦੇ ਵਿੱਚ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਦਾਗੀ ਆ। ਹੋਣਾ ਤੇ ਚਾਹੀਦਾ ਵੀ ਜੇ ਇਹਨਾਂ ਨੇ ਕੋਈ ਮਾੜਾ ਕੰਮ ਕੀਤਾ, ਇਹਨਾਂ ਨੇ ਕੁਕਰਮ ਕੀਤਾ, ਭ੍ਰਿਸ਼ਟਾਚਾਰ ਕੀਤਾ, ਉਹਨੂੰ ਫਾਈਟ ਕਰਨ, ਉਹਨੂੰ ਤਕੜੇ ਹੋ ਕੇ ਜਿਹੜਾ ਵਾ ਉਹਨੂੰ ਲੜਨ, ਇਕੱਠੇ ਹੋ ਕੇ ਲੜਨ, ਉਹਨੂੰ ਪੋਲੀਟੀਕਲ ਤੌਰ ਤੇ ਲੜਨ, ਔਰ ਜੇ ਉਹਨਾਂ ਦੇ ਖਿਲਾਫ ਕੇਸ ਹੈਗੇ ਆ ਤਾਂ ਉਹਨੂੰ ਅਦਾਲਤ ਦੇ ਤੌਰ ਤੇ ਲੜਨ, ਔਰ ਜੇ ਉਹਨਾਂ ਦੇ ਉੱਤੇ ਉਹਨਾਂ ਨੇ ਵਾਕਿਆ ਕੁਝ ਕੀਤਾ ਤੇ ਉਹ ਜੇਲ੍ਹ ਵੀ ਜਾਣ।
ਕਿਉਂਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਸੁੱਖ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਭੋਗਿਆ ਵਾ ਉਹ ਕਰਨ ਉਹਦੇ ਵਿੱਚੋਂ ਬੀਜੇਪੀ 'ਚ ਸ਼ਰਨ ਲੈਣਾ ਮੇਰੇ ਖਿਆਲ ਆ ਇਹ ਸਾਡੀ ਨਾ ਤਾਂ ਪੰਜਾਬ ਦੀ ਰਵਾਇਤ ਹੈਗੀ ਆ, ਨਾ ਰੀਤੀ ਹੈਗੀ ਆ, ਨਾ ਸਾਡੇ ਕੋਈ ਪੁਰਾਣੇ ਜਿਹੜੇ ਸ਼ਹੀਦ ਸੀਗੇ ਜਾਂ ਗੁਰੂ ਮਹਾਰਾਜ ਸੀਗੇ ਉਹਨਾਂ ਦੀ ਸਿੱਖਿਆ ਦੇ ਆਧਾਰ ਤੇ ਉਹਨਾਂ ਨੇ ਤਾਂ ਕੋਈ ਵੀ ਸਮੱਸਿਆ ਆਈ ਆ ਉਹਨੂੰ ਕਨਫਰੰਟ ਕੀਤਾ। ਪਰ ਮੋਟੇ ਤੌਰ ਤੇ ਕਿਉਂਕਿ ਰਾਜਨੀਤਿਕ ਲੋਕ ਹੈਗੇ ਆ, ਜਿਸ ਤਰੀਕੇ ਦੀ ਰਾਜਨੀਤੀ ਹੈਗੀ ਆ ਇਹਦੇ ਵਿੱਚ ਕੋਈ ਕਿਸੇ ਦਾ ਦੀਨ ਕਿਸੇ ਦਾ ਮਾਨ ਨਹੀਂ ਹੈ। ਉਹ ਸਿਰਫ ਤੇ ਸਿਰਫ ਆਪਣੀ ਕਨਵੀਨੀਅੰਸ ਵਾਸਤੇ ਜਾਂ ਆਪਣੀ ਖਲ ਬਚਾਉਣ ਵਾਸਤੇ ਜਿਹੜਾ ਔਰ ਇਸ ਵੇਲੇ ਉਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਸੈਂਟਰ ਦੇ ਵਿੱਚ ਹੈ, ਏਜੰਸੀਆਂ ਉਹਦੇ ਕੋਲ ਹੈ, ਉਹ ਭਗਵੰਤ ਮਾਨ ਦੀ ਆਰਮ ਟਵਿਸਟਿੰਗ ਕਰ ਸਕਦੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਆ ਜਾਂ ਪੰਜਾਬ ਦੇ ਵਿੱਚ ਜਿਸ ਕਿਸਮ ਦੀਆਂ ਸਮੱਸਿਆਵਾਂ ਹੈਗੀਆਂ ਜਾਂ ਕੱਲ ਨੂੰ ਜਿਹੜਾ ਹੈਗਾ ਲੋਕ ਜੇ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਕਿ ਜਿਹੜੇ ਬਹੁਤ ਮੁਸ਼ਕਿਲ ਆ ਕਿਉਂਕਿ ਜਿਹੜਾ ਪੰਜਾਬ ਸਰਕਾਰ ਦਾ ਕ੍ਰਾਈਸਿਸ ਹੈਗਾ ਜਾਂ ਜਿਹੜੇ ਉਹਦੇ ਮਸਲੇ ਹੈ ਚਾਹੇ ਉਹ ਆਰਥਿਕ ਮਸਲਾ ਹੈਗਾ ਵਾ, ਚਾਹੇ ਉਹ ਲਾ ਐਂਡ ਆਰਡਰ ਦਾ ਮਸਲਾ ਹੈਗਾ, ਚਾਹੇ ਕਿਸਾਨੀ ਦਾ ਕ੍ਰਾਈਸਿਸ ਹੈਗਾ, ਚਾਹੇ ਅਨਪਲਾਇਮੈਂਟ ਦੀ ਗੱਲ ਆਪਾਂ ਕਰਦੇ ਹਾਂ, ਕੋਈ ਵੀ ਕਰਦੇ ਹਾਂ, ਇਹ ਹੁਣ ਨਹੀਂ ਸ਼ੁਰੂ ਹੋਈ, ਇਹ ਬਹੁਤ ਲੰਮੇ ਸਮੇਂ ਤੋਂ ਆ ਰਹੀ ਆ। ਤਾਂ ਇਸ ਕਰਕੇ ਜਿਹੜਾ ਹੈਗਾ ਇਹਨਾਂ ਲੀਡਰਾਂ ਨੂੰ ਜੋ ਉੱਥੇ ਲੱਗਦਾ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਜਿਹੜੀ ਖਾਸ ਕਰਕੇ ਜਿਹਨੂੰ ਆਪਾਂ ਕਹਿੰਦੇ ਆ ਕਿ ਕੌਨਸ਼ੀਅਸ ਜਿਹੜੀ ਹੈਗੀ ਆ ਜਾਂ ਇਹਨਾਂ ਦੀ ਜਿਹੜਾ ਉਹ ਜਿਹੜੀ ਹੈਗੀ ਆ ਉਹਦੇ ਵਿੱਚ ਜਾ ਕੇ ਕਾਫੀ ਹੱਦ ਤੱਕ ਜਿਹੜੇ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਨਗੇ। ਬਾਕੀ ਤਾਂ ਇਹਨਾਂ ਨੇ ਆਪਣਾ ਠੀਕ ਆ, ਅੱਜ ਕੱਲ੍ਹ ਦਾ ਪੋਲੀਟੀਸ਼ੀਅਨਸ ਹੈਗੇ ਆ ਇਲੈਕਸ਼ਨਾਂ ਤੱਕ ਹੀ ਸੋਚਦੇ ਆ ਔਰ ਇਹ ਤਾਕਤ ਦੇ ਨਾਲ ਜੁੜਾ ਰਹਿਣਾ ਚਾਹੁੰਦੇ ਆ, ਜਿਹਨਾਂ ਨੂੰ ਲੱਗਦਾ ਕਿ ਬੀਜੇਪੀ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਾਡੀ ਪਿੱਠ ਤੇ ਆਣ ਕੇ ਖੜੀ ਹੋ ਸਕਦੀ ਆ ਜਾਂ ਸਾਨੂੰ ਅਸੀਂ ਜਿੱਤ ਵੀ ਸਕਦੇ ਆ ਤੇ ਉਹਦੇ ਨਾਲ ਲੱਗਦਾ ਵੀ ਟਾਈਮ ਪਾਸ ਹੋ ਜਾਊਗਾ। ਇਹਨਾਂ ਦੀ ਟਾਈਮ ਪਾਸ ਰਾਜਨੀਤੀ ਨੇ ਹੀ ਪੰਜਾਬ ਦਾ ਭੱਠਾ ਬਿਠਾ ਲਿਆ। ਜੀ ਜੀ, ਇਹਨਾਂ ਨੇ ਨੱਕ ਤੋਂ ਲਾ ਕੇ ਗੱਲ ਨੂੰ ਲਾਉਣ ਵਾਲੀ ਜਿਹੜੀ ਇਹਨਾਂ ਦੇ ਫੈਸਲੇ ਸੀਗੇ ਜਾਂ ਇਹਨਾਂ ਦੇ ਡਿਸੀਜਨ ਸੀਗੇ ਜਾਂ ਇਹਨਾਂ ਦੀ ਬੱਲੇ ਬੱਲੇ ਸੀਗੀ, ਸਿਰਫ ਇਸ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ ਜਾਂ ਅਗਲੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਦੁਬਾਰਾ ਚੁਣੇ ਜਾਣ ਦੀ ਜਿਹੜੀ ਇਹਨਾਂ ਦੀ ਖਾਸ਼ ਰਹੀ ਆ। ਅਸਲ ਦੇ ਵਿੱਚ ਪੰਜਾਬ ਦਾ ਭੱਠਾ ਬਿਠਾਉਣ ਵਾਲੀ ਇਹ ਨੀਤੀ ਆ, ਇਹ ਸੋਚ ਵਾ ਔਰ ਇਹ ਜਿਹੜੀ ਇਹਨਾਂ ਦੀ ਕਾਰਵਾਈ ਸੀ ਉਹੀ ਹੈ। ਬਿਲਕੁਲ ਸਰ, ਬਿਲਕੁਲ ਜੀ। ਇਦੋਂ ਦੂਸਰੇ ਪਾਸੇ ਆਪਾਂ ਸਰ ਗੱਲ ਕਰੀਏ ਹੁਣ ਇਲੈਕਸ਼ਨ ਦੀ, ਆਪਾਂ ਕਾਂਗਰਸ ਦੀ ਗੱਲ ਕੀਤੀ ਵੀ ਵੱਡਾ ਪਲਾਨ ਹੁੰਦਾਗਾ ਤੇ ਬੀਜੇਪੀ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਵਿਰੋਧੀ ਪਾਰਟੀਆਂ ਦੀ ਜੇਕਰ ਗੱਲ ਕਰੀਏ, ਜਿਹੜੇ ਵਿਰੋਧੀ ਧਿਰ ਦੇ ਵਿੱਚ ਪਾਰਟੀਆਂ ਨੇ ਉਹ ਐਨਡੀਏ ਨੂੰ ਥੋੜੀ ਜਿਹੀ ਟੱਕਰ ਦੇਣ ਦੀ ਕੋਸ਼ਿਸ਼ ਕਰਨ ਲੱਗੀਆਂ ਨੇ, ਇੱਕ ਮੰਚ ਦੇ ਉੱਪਰ ਇਕੱਠੀਆਂ ਹੋਣ ਲੱਗੀਆਂ ਨੇ। ਕੱਲ ਇੱਕ ਮੀਟਿੰਗ ਸੀਗੀ, ਵੱਡੀ ਮੀਟਿੰਗ ਸੀ, 22 ਪਾਰਟੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀਗਾ ਮਮਤਾ ਬੈਨਰਜੀ ਵੱਲੋਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਤੇ 2024 ਦੀਆਂ ਇਲੈਕਸ਼ਨ ਨੂੰ ਦੇਖਦੇ ਹੋਏ ਵੀ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ, ਕਿਉਂਕਿ ਜੇਕਰ ਯੂਪੀਏ ਦੀ ਗੱਲ ਕਰੀਏ ਜਾਂ ਮਮਤਾ ਬੈਨਰਜੀ, ਕੋਈ ਵੀ ਪਾਰਟੀ ਇਸ ਤਰ੍ਹਾਂ ਦੀ ਨਹੀਂ ਜਿਹੜੀ ਐਨਡੀਏ ਦਾ ਮੁਕਾਬਲਾ ਕਰ ਸਕੇ। ਲੇਕਿਨ ਖਾਸ ਗੱਲ ਇਹ ਰਹੀ ਕਿ 22 ਵਿਰੋਧੀ ਪਾਰਟੀਆਂ ਨੂੰ, ਚਾਹੇ ਉਹ ਖੇਤਰੀ ਪਾਰਟੀਆਂ ਸੀ, ਉਹਨਾਂ ਨੂੰ ਸੱਦਾ ਦਿੱਤਾ ਗਿਆ, ਜਿਹਦੇ ਵਿੱਚ ਸਿਰਫ 17 ਪਹੁੰਚੀਆਂ। ਤੇ ਸਭ ਤੋਂ ਜਿਹੜੀ ਵੱਡੀ ਗੱਲ ਦੇਖਣ ਵਾਲੀ ਇਹ ਮਿਲੀ ਕਿ ਜੋ ਅਰਵਿੰਦ ਕੇਜਰੀਵਾਲ ਹਰ ਇੱਕ ਮੁੱਦੇ ਉੱਪਰ ਸੈਂਟਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ। ਕਦੇ ਉਹ ਗੁਜਰਾਤ ਜਾਂਦੇ ਨੇ, ਕਦੇ ਹਿਮਾਚਲ 'ਚ ਜਾਂਦੇ ਨੇ ਤੇ ਉੱਥੇ ਜਾ ਕੇ ਵੱਡੇ ਨਿਸ਼ਾਨੇ ਸੈਂਟਰ ਸਰਕਾਰ ਉੱਪਰ ਲਾਉਂਦੇ ਨੇਗੇ। ਲੇਕਿਨ ਦੂਸਰੇ ਪਾਸੇ ਜਦੋਂ ਕੱਲ ਇੱਕ ਮੰਚ ਦੇ ਉੱਪਰ ਸੱਦਾ ਦਿੱਤਾ ਗਿਆ ਸੀ, ਅਰਵਿੰਦ ਕੇਜਰੀਵਾਲ ਉਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ, ਜਿਹੜੀ ਕਿ ਅਹਿਮ ਮੀਟਿੰਗ ਸੀ ਵਿਰੋਧੀ ਧਿਰ ਦੀ। ਕਿਵੇਂ ਦੇਖ ਰਹੇ ਹੋ, ਆਖਰ ਕਾਰਨ ਕੀ ਰਹੇ ਕਿ ਹਰ ਗੱਲ ਉੱਪਰ ਸੈਂਟਰ ਨੂੰ ਘੇਰਨ ਵਾਲਾ, ਮੋਦੀ ਨੂੰ ਘੇਰਨ ਵਾਲਾ ਅਰਵਿੰਦ ਕੇਜਰੀਵਾਲ ਕੱਲ ਇਸ ਮੀਟਿੰਗ 'ਚੋਂ ਨਦਾਰਦ ਕਿਉਂ ਰਿਹਾ? ਅਰਵਿੰਦ ਕੇਜਰੀਵਾਲ ਦਾ ਰਾਜਨੀਤੀ ਦੇ ਵਿੱਚ ਇੰਨਾ ਵੱਡਾ ਕੱਦ ਨਹੀਂ ਹੈ ਜਿੰਨਾ ਅਸੀਂ ਉਹਨੂੰ ਵਧਾ ਕੇ ਦੇਖਦੇ ਹਾਂ। ਅਸੀਂ ਬਹੁਤ ਉਹਨੂੰ ਜਿਹੜਾ ਹੈਗਾ ਇੱਕ ਜਿਹੜਾ ਉਸ ਪ੍ਰਿਜ਼ਮ ਚੋਂ ਦੇਖਣ ਦੀ ਲੋੜ ਹੈਗੀ ਆ, ਜਿਹੜੀ ਉਹਦਾ ਸੱਚ ਉਸ ਵਿਅਕਤੀ ਬਾਰੇ। ਠੀਕ ਆ, ਦਿੱਲੀ ਦੇ ਵਿੱਚ ਉਹ ਦੂਸਰਾ ਸੀਗਾ ਆਪਣਾ, ਉਹ ਆ ਗਿਆ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਗਿਆ। ਔਰ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜਾ ਪਾਰਟੀ ਵਾਲਾ ਕਨਸੈਪਟ ਨਹੀਂ ਹੈ ਔਰ ਸਾਰਾ ਕੁਝ ਉਹ ਆਪਣੇ ਤੌਰ ਤੇ ਉਹ ਠੀਕ ਆ ਕਿ ਉਹਨੇ ਆਪਣੇ ਜੁਗਾੜ ਦੇ ਨਾਲ ਪੰਜਾਬ ਦੇ ਵਿੱਚ 7 ਰਾਜ ਸਭਾ ਦੇ ਜਿਹੜੇ ਆਪਣੇ ਮੈਂਬਰ ਚੁਣ ਲਏ। ਬਹੁਤ ਘੱਟ ਪੋਲੀਟੀਕਲ ਪਾਰਟੀਆਂ ਹੈਗੀਆਂ ਵਾ ਜਿਹੜੀਆਂ ਕੱਲ ਇਕੱਠੀਆਂ ਹੋਈਆਂ ਜਿਨ੍ਹਾਂ ਦੇ 7 ਮੈਂਬਰ ਹੋਣਗੇ ਉਹਦੇ ਵਿੱਚੋਂ। ਦੂਸਰੀ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਇਹਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਮੈਜੋਰਿਟੀ ਹੈਗੀ ਆ। ਇਸ ਤੋਂ ਬਾਅਦ ਦਿੱਲੀ ਦੇ ਵਿੱਚ ਗੋਆ ਦੇ ਵਿੱਚ 2 ਵਿਅਕਤੀ ਹੈਗੇ ਆ। ਕੇਜਰੀਵਾਲ ਆਪਣੇ ਆਪ ਨੂੰ ਜਿਹੜਾ ਇਕੁਇਡਿਸਟੈਂਸ ਰੱਖਣਾ ਚਾਹੁੰਦਾ, ਉਹਦੇ ਲਈ ਸਾਰੇ ਅਨਟੱਚੇਬਲ ਹੈ। ਉਹਨੂੰ ਲੱਗਦਾ ਕਿ ਕਾਂਗਰਸ ਵੀ ਕਰਪਟ ਆ, ਬੀਜੇਪੀ ਕਰਪਟ ਆ, ਸਿਰਫ ਮੈਂ ਹੀ ਜਿਹੜਾ ਇਮਾਨਦਾਰ ਹਾਂ। ਜਾਂ ਜਿਹੜੇ ਹੋਰ ਨਾ ਲੋਕਾਂ ਬਾਰੇ ਉਹ ਗੱਲ ਕਰਦਾ, ਜਿੱਥੇ ਜਾਂਦਾ ਸੀਗਾ ਮਹਾਰਾਸ਼ਟਰ ਜੋ ਕਹਿੰਦਾ ਸੀ ਸ਼ਰਦ ਪਵਾਰ ਬਹੁਤ ਕਰਪਟ ਹੈਗਾ ਵਾ, ਜਾਂ ਜੋ ਥੱਲੇ ਸਾਊਥ ਦੇ ਵਿੱਚ ਜਾਂਦਾ ਕੇਰਲਾ ਦੇ ਵਿੱਚ, ਉੱਥੇ ਕਹਿੰਦਾ ਰੂਲਿੰਗ ਪਾਰਟੀ ਬਹੁਤ ਕਰਪਟ ਆ। ਕੇਜਰੀਵਾਲ ਨੂੰ ਲੱਗਦਾ ਵੀ ਸਿਵਾਏ ਮੇਰੇ ਤੋਂ ਸ਼ਾਇਦ ਇਸ ਦੇਸ਼ ਦੇ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਹੈਗਾ ਕਿ ਜਿਹੜਾ ਇਮਾਨਦਾਰ ਹੋਵੇ ਔਰ ਜਿਹਨੇ ਸੈਕਰੀਫਾਈਸ ਕੀਤੀ ਹੋਵੇ, ਇੱਕ ਨੌਕਰੀ ਛੱਡ ਕੇ ਕਿ ਮੈਂ ਬਹੁਤ ਵੱਡੀ ਸੈਕਰੀਫਾਈਸ ਕੀਤੀ ਆ।
ਇਹ ਉਹਦੇ ਚੋਂ ਕੀ ਲੱਭਣਾ ਚਾਹੁੰਦਾ ਉਹਦੇ ਬਾਰੇ ਤੇ ਮੈਂ ਕਹੂੰਗਾ ਨਹੀਂ। ਮੈਨੂੰ ਤੇ ਇਹ ਲੱਗਦਾ ਵੀ ਜਿੱਦਾਂ ਉਹ ਇੱਕ ਪੰਜਾਬੀ 'ਚ ਕਹਾਵਤ ਹੈਗੀ ਆ, ਕੱਲ ਦੀ ਭੂਤਨੀ ਅੱਜ ਬਣੀ ਮਲਾਹ, ਇਹ ਮਲਾਹ ਬਣਨਾ ਚਾਹੁੰਦਾ ਜੀ। ਔਰ ਆ ਜਿਹੜਾ ਹੈਗਾ ਇਹਨੂੰ ਲੱਗਦਾ ਕਿ ਸਾਰੇ ਮੇਰੇ ਮਗਰ ਆਉਣਗੇ, ਔਰ ਇਹਦੀ ਸੋਚ ਜਿਹੜੀ ਆ ਕਿ ਮੈਂ ਕੰਟਰਾਡਿਕਸ਼ਨ ਚੋਂ ਕੁਝ ਖੱਟੂੰਗਾ। ਲਖਵਿੰਦਰ ਸਿੰਘ ਜੀ, ਅੱਜ ਮੈਂ ਗੱਲ ਵਾਲੇ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ, ਤੁਸੀਂ ਆ 2 ਹੋਰ ਸਟੇਟਾਂ ਦੀ ਇਲੈਕਸ਼ਨ ਹੋ ਲੈਣ ਦਿਓ ਜੀ। ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਵੀ ਹੈਗਾ, ਗੁਜਰਾਤ ਵੀ ਹੈਗਾ ਵਾ। ਪੰਜਾਬ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਲੋਕਾਂ ਨੇ ਦਿੱਤਾ, ਔਰ ਉਹਦੇ ਨਾਲ ਥੋੜਾ ਜਿਹਾ ਇਹਨੂੰ ਲੱਗਦਾ ਵੀ ਅਸੀਂ ਬਹੁਤ ਲਾਰਜਰ ਦੈਨ ਸਾਈਜ਼ ਹੋ ਗਏ। ਇਹੀ ਕਾਰਨ ਹੈ ਕਿ ਇਹੋ ਜਿਹੇ ਜਿਹੜੇ ਖਾਸ ਕਰਕੇ ਲੋਕ ਜਿਹੜੇ ਆਪਣਾ ਏਜੰਡਾ ਕਲੀਅਰ ਨਹੀਂ ਕਰਦੇ। ਏਜੰਡਾ ਜਦੋਂ ਕਲੀਅਰ ਹੁੰਦਾ ਫਿਰ ਤੁਹਾਨੂੰ ਮਨਸ਼ਾ ਬਾਰੇ ਪਤਾ ਲੱਗ ਜਾਂਦਾ ਹੈ। ਔਰ ਇਹ ਜਦੋਂ ਕਈ ਜਣੇ ਸਾਰੇ ਹੀ ਮਾੜੇ ਆ ਤੇ ਤੁਸੀਂ ਕੀ ਕੱਢਣਾ, ਲਾਸਟ ਮਿੰਟ ਦੇ ਉੱਤੇ ਤੁਸੀਂ ਡਿਕਟੇਟ ਦੇ ਸਕਦੇ ਜੋ ਉਹਨਾਂ ਨੂੰ ਜਿਹੜਾ ਹੈਗਾ ਆਪੇ ਵੋਟ ਇਸ ਪਾਸੇ ਵੱਲ ਪਾਓ ਜਾਂ ਨਾ ਪਾਓ, ਤਾਂ ਕਿ ਅਸੀਂ ਇਹ ਇਮੇਜ ਦਈਏ ਕਿ ਅਸੀਂ ਜਿਹੜੇ ਹੈਗੇ ਇਹਨਾਂ ਸਾਰਿਆਂ ਤੋਂ ਵੱਖਰੇ ਆ। ਉੱਥੇ ਨਾ ਜਾਣ ਦਾ ਮਤਲਬ ਇੱਕ ਕਾਰਨ ਇਹ ਵੀ ਹੈਗਾ ਕਿ ਇਸ ਦੀ ਰਾਜਨੀਤੀ ਜਿਹੜੀ ਆ ਉਹ ਕਾਂਗਰਸ ਵਾਲੇ ਪਾਸੇ ਵਾਲਾ, ਕਾਂਗਰਸ ਨੂੰ ਡੋਮੀਨੇਟ ਕਰ ਜਿਹੜਾ ਖਤਮ ਕਰਨ ਵਾਲਾ ਪਾਸਾ ਹੈਗਾ, ਉੱਥੇ ਜ਼ਿਆਦਾ ਰੈਲੇਵੈਂਟ ਹੈਗਾ। ਜਿਹੜੀਆਂ ਰੀਜਨਲ ਪਾਰਟੀਆਂ ਉਹਦੇ ਵਿੱਚ ਇਹਦੀ ਕੋਈ ਐਗਜ਼ਿਸਟੈਂਸ ਨਹੀਂ। ਆਮ ਆਦਮੀ ਪਾਰਟੀ ਨਾ ਤਾਮਿਲਨਾਡੂ ਦੇ ਵਿੱਚ ਹੋਊਗੀ, ਨਾ ਉਹਦੇ ਵਿੱਚ ਜਿਹੜੇ ਸਾਊਥ ਵਾਲੇ ਹੋਰ ਆ, ਆਂਧਰਾ ਹੈ ਦੂਸਰਾ, ਉਹਦੇ ਵਿੱਚ ਹੋਊਗੀ। ਮਹਾਰਾਸ਼ਟਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਸਪੇਸ ਮਿਲੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜਾ ਤੁਸੀਂ ਸਵਾਲ ਇਹ ਰੇਜ਼ ਕੀਤਾ ਵਾ ਵੀ ਉਹ ਕਿਉਂ ਨਹੀਂ ਜਾ ਰਿਹਾ, ਮੈਨੂੰ ਲੱਗਦਾ ਵੀ ਉੱਥੇ ਜਾ ਕੇ ਇਹਨੂੰ ਲੱਗਦਾ ਕਿ ਮੇਰੀ ਉਹ ਸਪੇਸ ਜਾਂ ਮੈਂ ਉਹਨਾਂ ਦੇ ਵਿੱਚ ਜੇ ਬੈਠ ਜਾਊਂਗਾ ਤੇ ਹੋ ਸਕਦਾ ਕਿ ਜਿਹੜੀ ਮੇਰੀ ਸੈਲਫ ਕ੍ਰੀਏਟਡ ਇਮੇਜ ਹੈਗਾ ਵਾ ਲਾਰਜਰ ਦੈਨ ਸਾਈਜ਼ ਵਾਲਾ, ਉਹ ਸ਼ਾਇਦ ਛੋਟਾ ਹੋ ਜਾਊਗਾ ਜੀ। ਪਰ ਇਹ ਗੱਲ ਨੂੰ ਧਿਆਨ ਰੱਖਣੀ ਚਾਹੀਦੀ ਆ ਕਿ ਇਹੋ ਜਿਹੜੀ ਹੈਗੀ ਨਾ ਪੋਲਿਟਿਕਸ ਆਫ ਜਿਹੜੀ ਇਕੋ ਡਿਸਟੈਂਸ ਵਾਲੀ ਹੈਗੀ ਆ, ਜਾਂ ਪੋਲਿਟਿਕਸ ਆਫ ਆਈਸੋਲੇਸ਼ਨ ਵਾਲੀ ਹੈਗੀ ਆ, ਜਾਂ ਸੈਲਫ ਪ੍ਰੋਕਲੇਮਡ ਜਿਹੜੀ ਆਪਣਾ ਜਿਹੜਾ ਇਮੇਜ ਜਿਹੜਾ ਹੁੰਦਾ ਵਾ, ਇਹ ਸ਼ਾਇਦ ਬਹੁਤਾ ਦੇਰ ਨਹੀਂ ਚੱਲਦਾ ਪੰਜਾਬ ਦੇ ਵਿੱਚ, ਕਿਉਂਕਿ ਭਗਵੰਤ ਸਿੰਘ ਦੀ ਸਰਕਾਰ ਇਸ ਵੇਲੇ ਜਿਹੜੇ ਫੈਸਲੇ ਲੈ ਰਹੀ ਹੈ ਉਹ ਲੋਕਾਂ ਨੂੰ ਅਪੀਲ ਕਰ ਰਹੀ ਹੈ। ਚਾਹੇ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਹੈ, ਚਾਹੇ ਉਹ ਗੈਂਗਸਟਰ ਫੰਡ ਵਾਲੀ ਗੱਲ ਹੈਗੀ ਆ, ਜਾਂ ਹੋਰ ਕਈ ਕਿਸਮ ਦੀ ਸਮੱਸਿਆ ਹੈਗੀ ਆ, ਇਸ ਕਰਕੇ ਇਹਦਾ ਤਾਣਾ ਬਾਣਾ ਬਣਿਆ ਹੈ। ਅਦਰਵਾਈਜ਼ ਤੇ ਪੰਜਾਬ ਦਾ ਦਿੱਲੀ ਦੇ ਨਾਲ ਵੀ ਕੋਈ ਕੰਪੈਰੀਜ਼ਨ ਨਹੀਂ ਹੈ। ਦਿੱਲੀ ਤਾਂ ਇੱਕ ਮਿਊਨਿਸਪੈਲਿਟੀ ਤੋਂ ਵੱਧ ਹੈ ਨਹੀਂ ਹੈ। ਇਹ ਠੀਕ ਆ ਕਿ ਕਨਵੀਨਰ ਹੋਣ ਦੇ ਨਾਤੇ ਜਾਂ ਇਸ ਵੇਲੇ ਲੱਗਦਾ ਹੈ ਥੋੜਾ ਬਹੁਤਾ ਵੀ ਪਤਾ ਨਹੀਂ ਕੀ ਹੋ ਜਾਣਾ, ਹੋਣਾ ਕੱਖ ਨਹੀਂ ਹੈ। ਇਹ ਪੰਜਾਬ ਤੋਂ ਬਾਹਰ ਇਹਨੇ ਕਿਤੇ ਨਹੀਂ ਜਾਣਾ। ਹਰਿਆਣੇ 'ਚ ਵੀ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ। ਜਦੋਂ ਉਹ ਵੇਲਾ ਆਊਗਾ ਫਿਰ ਇਹਨੂੰ ਅਹਿਸਾਸ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਕਰਨਾ ਪਊਗਾ। ਹੁਣ ਇਹ ਬੀਜੇਪੀ ਨੂੰ ਵੀ ਕਹਿੰਦਾ ਮੇਰਾ ਦੁਸ਼ਮਣ ਆ, ਕਾਂਗਰਸ ਨੂੰ ਮੇਰਾ ਕਹਿੰਦਾ ਦੁਸ਼ਮਣ ਆ, ਦੂਸਰੇ ਵੀ ਮੇਰੇ ਦੁਸ਼ਮਣ ਵਾ, ਸਾਰੇ ਹੀ ਮਾੜੇ ਆ। ਤੇ ਆਪ ਚੰਗਾ ਬਣਨ ਵਾਸਤੇ ਇੰਨੀ ਕਪੈਸਿਟੀ ਨਹੀਂ ਹੈਗੀ। ਉਹ ਕਪੈਸਿਟੀ ਵਾਸਤੇ ਇੱਕ ਬੜਾ ਤਕੜਾ ਪਾਰਟੀ ਦਾ ਢਾਂਚਾ ਹੋਣਾ ਚਾਹੀਦਾ, ਜਿਹੜਾ ਮਿਸਿੰਗ ਹੈ। ਸੋ ਇਸ ਕਰਕੇ ਇਹ ਜਿਹੜੀ ਇਹਨਾਂ ਦੀ ਪੋਲਿਟਿਕਸ ਹੁੰਦੀ ਛੋਟੇ ਦਲਾਂ ਦੀ, ਇਹਦੇ ਵਿੱਚ ਸਮੱਸਿਆ ਤਾਂ ਇਸ ਕਿਸਮ ਦੀਆਂ ਹੁੰਦੀਆਂ ਵਾ, ਪਰ ਕਿਉਂਕਿ ਨਵੇਂ ਇਹ ਆਏ ਆ ਪੋਲਿਟਿਕਸ ਦੇ ਵਿੱਚ, ਜਾਂ ਇਹਨਾਂ ਕੋਲ ਪਾਵਰ ਆਈ ਆ, ਜਿੱਥੇ ਇਹਨਾਂ ਕੋਲ MP ਵੀ ਹੈਗੇ ਆ, ਜਿੱਥੇ 2 ਸਟੇਟਾਂ ਦੇ ਵਿੱਚ MLA ਵੀ ਹੈਗੇ ਆ, ਤੇ ਉਹਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਜਿਹੜੀ ਇਹ ਪੋਲਿਟਿਕਸ ਹੈਗੀ ਆ ਕਿ ਅਸੀਂ ਸਾਰਿਆਂ ਤੋਂ ਵੱਖਰੇ ਆ, ਜਾਂ ਕਿਸੇ ਦੇ ਨਾਲ ਵੀ ਨਹੀਂ ਤੁਰਨਾ, ਚਾਹੇ ਕਾਂਗਰਸ ਵਾਲੇ ਪਾਸੇ ਜਾਂ ਆਪੋਜੀਸ਼ਨ ਵਾਲੇ ਪਾਸੇ। ਪੋਲਿਟਿਕਸ ਦੇ ਵਿੱਚ ਜਿਹੜੀ ਨਿਊਟਰੈਲਿਟੀ ਹੁੰਦੀ ਉਹ ਇਮੋਰਲ ਹੁੰਦੀ ਆ। ਤੁਸੀਂ ਕਿਸੇ ਨਾ ਕਿਸੇ ਧੜੇ ਦੇ ਨਾਲ ਖੁੱਲ੍ਹ ਕੇ ਲੱਗਣਾ ਹੁੰਦਾ, ਜਾਂ ਆਪਣੀ ਵਿਚਾਰਧਾਰਾ ਨੂੰ ਪਬਲਿਕ ਡੋਮੇਨ 'ਚ ਲਿਆਉਣਾ ਪੈਂਦਾ ਹੈ। ਜੇ ਤੁਹਾਡੀ ਵਿਚਾਰਧਾਰਾ ਪਬਲਿਕ ਡੋਮੇਨ 'ਚ ਆਉਂਦੀ ਆ, ਫਿਰ ਲੋਕੀ ਉਹਦਾ ਪੋਸਟਮਾਰਟਮ ਕਰਦੇ ਆ, ਉਹਦਾ ਚੀਰ-ਫਾੜ ਕਰਦੇ ਆ, ਉਹ 'ਚੋਂ ਚੰਗੀਆਂ ਮੰਦੀਆਂ ਗੱਲਾਂ ਬਾਹਰ ਕੱਢਦੇ ਆ, ਔਰ ਤੁਹਾਨੂੰ ਜਿਹੜਾ ਹੈਗਾ ਕੁਐਸਚਨ ਕਰਦੇ ਆ, ਆਨਸਰੇਬਲ ਬਣਾਉਂਦੇ ਆ। ਮੈਨੂੰ ਲੱਗਦਾ ਕਿ ਜਿਹੜੀ ਪੋਲਿਟਿਕਸ ਆਫ ਐਸਕੇਪਿਜ਼ਮ ਹੈਗਾ ਕਿ ਬਚ ਬਚਾ ਕੇ ਚਲੋ, ਬਚ ਬਚਾ ਕੇ ਇੰਡੀਆ ਦੀ ਰਾਜਨੀਤੀ ਦੇ ਵਿੱਚ ਤੁਸੀਂ ਬਹੁਤ ਕੁਝ ਖੱਟ ਨਹੀਂ ਸਕਦੇ ਜੀ। ਤੁਹਾਨੂੰ ਹੈਡ ਔਨ ਕਨਫਰੰਟ ਕਰਨਾ ਪਊਗਾ, ਤੁਹਾਨੂੰ ਧੜਿਆਂ ਦੇ ਨਾਲ ਖਲੋਣਾ ਪਊਗਾ, ਤੁਹਾਨੂੰ ਜਿਹੜਾ ਖਾਸ ਕਰਕੇ ਉਹਨੂੰ ਕਹਿੰਦੇ ਨਾ ਇੱਕ ਕੰਸੈਂਸਸ ਹੁੰਦਾ ਵਾ ਕਿ ਬਾਕੀ ਸਾਰੇ ਠੀਕ ਵਾ, ਇੱਕ ਮੁੱਦੇ ਤੇ ਕੰਸੈਂਸਸ ਹੋਣਾ ਚਾਹੀਦਾ। ਮੰਨ ਲਓ ਫਾਰ ਐਗਜ਼ਾਮਪਲ BJP ਦਾ ਜਿਹੜਾ ਕਮਿਊਨਲਿਜ਼ਮ ਹੈਗਾ, ਜਾਂ BJP ਦਾ ਜਿਹੜਾ ਮਿਨੋਰਟੀ ਪ੍ਰਤੀ ਰਵੱਈਆ ਜਿਹੜਾ ਹੈਗਾ ਵਾ, ਜਾਂ BJP ਦੀ ਜਿਹੜੀ ਇਕਨੋਮਿਕ ਪਾਲਿਸੀ ਹੈ ਜਿਹਦੇ ਨਾਲ ਦੇਸ਼ ਤਬਾਹ ਹੋ ਰਿਹਾ ਵਾ, ਉਹਦੇ ਉੱਤੇ ਤਾਂ ਘੱਟੋ ਘੱਟ ਜਿਹੜਾ ਨਾ ਇਹ ਕੰਸੈਂਸਸ ਹੋਣਾ ਚਾਹੀਦਾ ਵਾ, ਜਾਂ ਇਹਨਾਂ ਨੂੰ ਨਾਲ ਆਉਣਾ ਚਾਹੀਦਾ। ਜੇ ਨਹੀਂ ਗਿਆ ਤਾਂ ਬਾਕੀ ਇਹਦੀ ਮਰਜ਼ੀ। ਬਿਲਕੁਲ ਸਰ, ਬਿਲਕੁਲ ਜੀ। ਸੋ ਇੱਕ ਪਾਸੇ ਤਾਂ ਵਿਰੋਧੀ ਪਾਰਟੀਆਂ ਦੇ ਨਾਲ ਉਹ ਖੜਦੇ ਨਹੀਂ ਨਜ਼ਰ ਆਏ, ਭਾਵੇਂ ਕਿ ਜਿਵੇਂ ਤੁਸੀਂ ਕਿਹਾ ਵੀ ਕਾਂਗਰਸ ਨੂੰ ਵੀ ਖੁਦ ਦਾ ਦੁਸ਼ਮਣ ਮੰਨਦੇ ਨੇ, ਉਹਨਾਂ ਵਿਰੁੱਧ ਵੀ ਕਹਿੰਦੇ ਨੇ ਕਾਰਵਾਈਆਂ ਕਰਾਂਗੇ, ਤੇ ਦੂਸਰੇ ਪਾਸੇ ਮੋਦੀ ਜੀ ਨੂੰ ਵੀ ਉਹ ਟਾਰਗੇਟ ਕਰਦੇ ਰਹਿੰਦੇ ਨੇ। ਤੇ ਪੰਜਾਬ ਦੇ ਵਿੱਚ ਆ ਕੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਹੁਣ ਕਾਂਗਰਸ ਤੇ ਅਕਾਲੀ ਦਲ ਨੂੰ ਟਾਰਗੇਟ ਕੀਤਾਗਾ ਗੈਂਗਸਟਰਵਾਦ ਦੇ ਮੁੱਦੇ ਦੇ ਉੱਪਰ। ਕੱਲ ਜਦੋਂ ਉਹਨਾਂ ਦੀ ਫੇਰੀ ਸੀ ਤਾਂ ਉਹ ਜਲੰਧਰ ਦੇ ਵਿੱਚੋਂ ਬੋਲੇ ਗੈਂਗਸਟਰਵਾਦ ਦੇ ਉੱਪਰ ਕਿ ਗੈਂਗਸਟਰਵਾਦ ਜੋ ਫੈਲਾਇਆ ਗਿਆ ਉਹ ਅਕਾਲੀਆਂ ਅਤੇ ਕਾਂਗਰਸ ਦੇ ਵੱਲੋਂ ਫੈਲਾਇਆ ਗਿਆ। ਪੁਸ਼ਤ ਪਨਾਹੀ ਜੋ ਕੀਤੀ ਗਈ ਹੈ ਉਹ ਰਵਾਇਤੀ ਪਾਰਟੀਆਂ ਦੇ ਵੱਲੋਂ ਕੀਤੀ ਵੀ ਹੈ। ਆਮ ਆਦਮੀ ਪਾਰਟੀ 3 ਮਹੀਨਿਆਂ ਵਿੱਚ ਕਹਿੰਦੇ ਸੀ ਗੱਡੀਆਂ ਭਰ ਕੇ ਗੈਂਗਸਟਰਾਂ ਦੀਆਂ ਨਹੀਂ ਲੈ ਕੇ ਆਏ, ਅਸੀਂ ਤਾਂ ਸਿਰਫ ਔਰ ਸਿਰਫ ਗੈਂਗਸਟਰਵਾਦ ਦਾ ਖਾਤਮਾ ਕਰਨ ਦੀ ਸਹੁੰ ਚੁੱਕੀ ਹੋਈ ਹੈ, ਅਸੀਂ ਖਾਤਮਾ ਕਰਕੇ ਰਹਾਂਗੇ। ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿੰਨੇ ਵੀ
ਮੇਨ ਕ੍ਰਿਮੀਨਲ ਸੀਗੇ ਉਹ ਸਲਾਖਾਂ ਦੇ ਪਿੱਛੇ ਅਸੀਂ ਪਹੁੰਚਾ ਚੁੱਕੇ ਹਾਂਗੇ। ਚਾਹੇ ਉਹ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰਦੇ ਨੇ ਵੀ ਉਹਨਾਂ ਦੇ ਜਿਹੜੇ ਸ਼ੂਟਰਾਂ ਨੇ ਮਾਰਿਆ ਸੀ ਸੰਦੀਪ ਨੰਗਲ ਅੰਬੀਆਂ ਜੋ ਇੰਟਰਨੈਸ਼ਨਲ ਪਲੇਅਰ ਸੀ, ਉਹ ਵੀ ਕਹਿੰਦੇ ਸਲਾਖਾਂ ਪਿੱਛੇ ਨੇ। ਚੰਡੀਗੜ੍ਹ ਬਲਾਸਟ ਹੋਇਆ ਸੀਗਾ, ਉਹ ਵੀ ਕਹਿੰਦੇ ਸਲਾਖਾਂ ਪਿੱਛੇ ਨੇ। ਅਤੇ ਨਾਲ ਹੀ ਨਾਲ ਹੁਣ ਸਿੱਧੂ ਮੂਸੇਵਾਲੇ ਬਾਰੇ ਵੀ ਕਹਿ ਰਹੇ ਨੇ ਵੀ ਉਹਨਾਂ ਦੇ ਵੀ ਜੋ ਹੈ ਸੀਗੇ ਗੈਂਗਸਟਰ, ਉਹ ਵੀ ਹੁਣ ਸਲਾਖਾਂ ਦੇ ਪਿੱਛੇ ਨੇਗੇ। ਤਾਂ ਇਹ ਕਹਿੰਦੇ ਵੀ ਅੱਜ ਤੋਂ ਬਾਅਦ ਜਿਹੜੀ ਵੀ ਕੋਈ ਵੱਡੀ ਘਟਨਾ ਹੋਏਗੀ, ਘਟਨਾ ਹੋਣ ਤੋਂ ਜੇਕਰ ਹੁੰਦੀ ਹੈ, ਮੈਂ ਤਾਂ ਕਹਿੰਦੇ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਬਣਾ ਦੇਣੀ ਵੀ ਕੋਈ ਘਟਨਾ ਹੋਏਗੀ ਨਹੀਂ। ਜੇਕਰ ਕੋਈ ਘਟਨਾ ਮੰਦਭਾਗੀ ਵਾਪਰਦੀ ਹੈ ਤਾਂ 72 ਘੰਟਿਆਂ ਦੇ ਵਿੱਚ ਉਹਦੇ ਦੋਸ਼ੀ ਸਲਾਖਾਂ ਪਿੱਛੇ ਹੋਇਆ ਕਰਨਗੇ। ਕਿਵੇਂ ਦੇਖ ਰਹੇ ਹੋ ਗੈਂਗਸਟਰਵਾਦ ਦੇ ਉੱਪਰ ਇਸ ਬਿਆਨ ਨੂੰ ਕਿ ਅਸੀਂ ਨਹੀਂ ਫੈਲਾਇਆ, ਅਸੀਂ ਸਾਰੇ ਗੈਂਗਸਟਰ ਖਤਮ ਕਰ ਦੇਵਾਂਗੇ? ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਬਿਆਨ ਨੂੰ? ਪਹਿਲੀ ਗੱਲ ਤਾਂ ਸਿਰ ਕਿ 72 ਘੰਟਿਆਂ ਦਾ ਜਿਹੜਾ ਬਹੁਤ ਬਚਕਾਨਾ ਹੈ, ਇਹ ਉੱਦਾਂ ਹੀ ਆ ਜਿੱਦਾਂ ਕਿਸੇ ਨਿਆਣੇ ਨੂੰ ਲੋਲੀਪੌਪ ਦੇਣ ਵਾਲੀ। ਕਿਉਂ ਨਹੀਂ ਕਹਿੰਦੇ ਵੀ ਅਸੀਂ ਉਸ ਜਿਸ ਨੇ ਕੋਈ ਇਹ ਗੁਨਾਹ ਕੀਤਾ ਵਾ ਉਹਨੂੰ ਸਜ਼ਾ ਦਿਵਾਵਾਂਗੇ? ਟਾਈਮ ਕਿਉਂ ਫਿਕਸ ਕਰ ਦਿਓ? ਇਹ ਜਿਹੜੀ ਇਸ ਕਿਸਮ ਦੀ ਨਾ ਪੋਲਿਟਿਕਸ ਆਫ ਨਟੰਕੀ ਹੈਗੀ ਆ ਨਾ, ਮੇਰੇ ਖਿਆਲ ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ। ਦੂਸਰੀ ਗੱਲ ਹੈ ਕਿ ਜਿਹੜਾ ਗੈਂਗਸਟਰਿਜ਼ਮ ਆ ਇੱਕ ਹਵਾ 'ਚੋਂ ਪੈਦਾ ਨਹੀਂ ਹੁੰਦਾ। ਇੱਕ ਸਮਾਜਿਕ ਵਰਤਾਰਾ ਹੁੰਦਾ, ਇੱਕ ਰਾਜਨੀਤਿਕ ਵਰਤਾਰਾ ਹੁੰਦਾ, ਇੱਕ ਆਰਥਿਕ ਵਰਤਾਰਾ ਹੁੰਦਾ, ਇੱਕ ਸੱਭਿਆਚਾਰਕ ਵਰਤਾਰਾ ਹੈ। ਪੰਜਾਬ ਦੇ ਗੈਂਗਸਟਰਸ ਦੇ ਪੈਦਾ ਵਿੱਚ ਹੋਣ ਦੇ ਵਿੱਚ ਸਾਰੇ ਹੀ ਜਿਹੜੇ ਕਾਰਨ ਹੈਗੇ ਆ ਉਹ ਦਿਖਾਈ ਦਿੰਦੇ ਆ। ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ ਜਿਹੜਾ ਇਹ ਖਾਸ ਕਰਕੇ ਗੀਤ ਸੰਗੀਤ ਜਿਹੜਾ ਕਮਰਸ਼ੀਅਲ ਜਿਹੜਾ ਮਰਜ ਹੋਇਆ ਵਾ, ਇਵੋਲਵ ਹੋਇਆ, ਔਰ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਗੁਣਗਾਨ ਕੀਤੇ ਗਏ ਆ ਖਾਸ ਕਰਕੇ ਪਾਰਟੀਕਲ ਕਮਿਊਨਿਟੀ ਦੇ ਉੱਤੇ, ਜਾਂ ਜਿਸ ਤਰੀਕੇ ਦੇ ਨਾਲ ਇਹਦਾ ਇੰਟਰਨੈਸ਼ਨਲਾਈਜੇਸ਼ਨ ਹੋਇਆ ਵਾ, ਉਹ ਵੀ ਇੱਕ ਵੱਡਾ ਕਾਰਨ ਹੈਗਾ ਕਿ ਜਿਹੜਾ ਖਾਸ ਕਰਕੇ ਵਧਿਆ ਹੈ। ਜਿਸ ਐਕਸਟੋਰਸ਼ਨ ਦੀ ਗੱਲ ਕਰਦੇ ਹਾਂ, ਲਖਵਿੰਦਰ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਗੈਂਗਸਟਰ ਪੈਦਾ ਹੋਣ ਦੇ ਬਹੁਤ ਸਾਰੇ ਹੋਰ ਕਾਰਨ ਹੋ ਸਕਦੇ ਆ। ਉਹ ਸਾਡੀ ਰਾਜਨੀਤੀ ਹੋ ਸਕਦੀ ਆ, ਪਰ ਗੈਂਗਸਟਰਸ ਨੂੰ ਜਿਹੜਾ ਹੈਗਾ ਸੀਗਾ ਪੈਟਰੋਨੇਜ ਕਰਨ ਦੇ ਵਿੱਚ, ਜੇ ਕੇਜਰੀਵਾਲ ਕਹਿੰਦਾ, ਤੇ ਉਹ ਕਾਫੀ ਹੱਦ ਤੱਕ ਸੱਚੀ ਗੱਲ ਹੈਗੀ ਆ। ਇਹ ਅਸੀਂ ਦੇਖਿਆ ਪਹਿਲੇ ਸਮੇਂ ਦੇ ਵਿੱਚ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ, ਪੋਲੀਟੀਕਲ ਦੇ ਲੀਡਰ ਸੀ, ਤੁਸੀਂ ਪ੍ਰੋਫਾਈਲ ਕੱਢ ਕੇ ਵੇਖ ਲਓ ਉਹਨਾਂ ਦਾ, ਜਿਹੜੇ ਮੁੰਡੇ ਇਸ ਪਾਸੇ ਲਾਏ ਆ, ਚਾਹੇ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਥਰੂ ਸਟੂਡੈਂਟ ਆਰਗੇਨਾਈਜੇਸ਼ਨ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਆ, ਚਾਹੇ ਯੂਨੀਵਰਸਿਟੀਆਂ 'ਚ ਆਪਣੀ ਇੰਟਰਵੈਂਸ਼ਨ ਲਿਆਉਣ ਵਾਸਤੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ ਵਾ, ਜਾਂ ਉਸ ਤੋਂ ਬਾਅਦ ਜਦੋਂ ਥੋੜ੍ਹੇ ਤਕੜੇ ਹੋ ਆਪਣੀਆਂ ਵੋਟਾਂ ਲੈਣ ਲਈ ਲਿਆਂਦਾ ਹੈ, ਦਬਦਬਾ ਕਰਨ ਵਾਸਤੇ ਲਿਆਂਦਾ ਗਿਆ ਹੈ, ਜਾਂ ਹੋਰ ਪਾਸੇ ਆਪਣੇ ਸਿਆਸੀ ਬਦਲੇ ਲੈਣ ਦੀ ਉਹਨਾਂ ਨੂੰ ਕੀਤਾ ਗਿਆ। ਇਹ ਗੱਲ ਬਿਲਕੁਲ ਸਹੀ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਿ ਗੈਂਗਸਟਰਿਜ਼ਮ ਨੂੰ ਵਧਾਵਾ ਦੇਣ ਵਾਸਤੇ, ਗੈਂਗਸਟਰ ਨੂੰ ਪ੍ਰੋਟੈਕਟ ਕਰਨ ਵਾਸਤੇ, ਭਾਵੇਂ ਕਿ ਬਾਅਦ ਦੇ ਵਿੱਚ ਸੇਕ ਇਹਨਾਂ ਨੂੰ ਹੀ ਲੱਗਣਾ ਸ਼ੁਰੂ ਹੋ ਗਿਆ, ਇਹਨਾਂ ਦੇ ਆਪਣੇ ਕਾਰਕੁਨ ਮਰਨੇ ਸ਼ੁਰੂ ਹੋ ਗਏ, ਕਿਉਂਕਿ ਜਿਹੜਾ ਖਾਸ ਕਰਕੇ ਇਹ ਕਿਸੇ ਦੇ ਮਿੱਤਰ ਨਹੀਂ ਹੁੰਦੇ, ਧੜਿਆਂ 'ਚ ਵੰਡਿਆ ਜਾਂਦਾ ਹੈ। ਔਰ ਜਿੱਦਾਂ ਕਹਿੰਦੇ ਵੀ ਸਟੂਡੈਂਟ ਰਾਜਨੀਤੀ ਸ਼ੁਰੂ ਹੋ ਗਿਆ। ਸਟੂਡੈਂਟ ਰਾਜਨੀਤੀ ਕਿਸ ਕਿਸਮ ਦੀ ਰਾਜਨੀਤੀ? ਕੱਲ੍ਹ ਮੈਂ ਸੁਣ ਰਿਹਾ ਸੀ ਕਾਂਗਰਸ ਪਾਰਟੀ ਦੇ ਲੀਡਰ ਦਾ ਜਿਹੜਾ ਲੀਡਰ ਸੀਗਾ ਕਿ ਲੋੜ ਪੈਂਦੀ ਸੀ, ਉਹ ਲੋੜ ਵਿਚਾਰਾਂ ਦੀ ਹੁੰਦੀ ਆ। ਭਗਤ ਸਿੰਘ ਨੇ ਵੀ ਕਿਹਾ ਸੀਗਾ ਵੀ ਕਿਤਾਬਾਂ ਦੀ ਲੋੜ ਹੈਗੀ ਆ, ਹਥਿਆਰਾਂ ਦੀ ਲੋੜ ਨਹੀਂ ਹੈ। ਤੁਸੀਂ ਉੱਥੇ ਕੁੱਟ ਮਾਰਦੇ ਆ ਜਾਂਦੇ ਹੋ। ਇਹਦਾ ਮਤਲਬ ਹੈ ਕਿ ਪਾਰਟੀਆਂ ਦੇ ਲੀਡਰ ਔਰ ਪਾਰਟੀਆਂ ਵਿਚਾਰਧਾਰਕ ਪੱਖੋਂ ਜਿਹੜੀਆਂ ਸੀ ਬਹੁਤ ਜ਼ਿਆਦੀਆਂ ਬੈਂਕਰਪਟ ਸੀਗੀਆਂ, ਔਰ ਇਹਨਾਂ ਨੇ ਆਪਣੇ ਪਾਲਤੂ ਜਿਹੜੇ ਖਾਸ ਕਰਕੇ ਲੋਕ ਜਿਹੜੇ ਉੱਥੇ ਪੈਦਾ ਕੀਤੇ, ਉਹਨਾਂ ਨੇ ਇਹਨਾਂ ਨੂੰ ਲਿਆਂਦਾ। ਛੋਟੇ ਬੱਚੇ 17-18 ਸਾਲ ਦੀ ਉਮਰ ਦੇ ਵਿੱਚ ਤੁਸੀਂ ਪੈਟਰੋਨੇਜ ਕਰ ਦਿਓ, ਕਿਸੇ ਨੂੰ ਕੁੱਟਦਾ ਤੁਸੀਂ ਬਚਾਤਾ, ਉਹਦੀ ਬੱਲੇ ਬੱਲੇ ਹੋ ਗਈ, ਹੌਲੀ ਹੌਲੀ ਵੱਧ ਅਗਲੇ ਪਾਸੇ ਚਲ ਗਿਆ। ਇਹ ਗੱਲ ਬਿਲਕੁਲ ਕਲੀਅਰ ਹੈਗੀ ਆ ਕਿ ਗੈਂਗਸਟਰਿਜ਼ਮ ਜਿਹੜਾ ਹੈਗਾ, ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਪੰਜਾਬ ਦੀਆਂ ਦੋ ਰਾਜਨੀਤਿਕ ਧਿਰਾਂ ਹੈ, ਇਨਕਲੂਡਿੰਗ ਬੀਜੇਪੀ, ਇਹ ਜ਼ਿੰਮੇਵਾਰ ਹੈ, ਕਿਉਂਕਿ 15 ਸਾਲ ਇਹ ਵੀ ਜਿਹੜੀ ਹੈਗੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਰਹੀ ਆ। ਦੂਸਰੀ ਗੱਲ ਰਹੀ ਕਿ ਇਹ ਗੱਲ ਠੀਕ ਹੈ ਕਿ ਵੱਡੀ ਸਮੱਸਿਆ ਹੈ, ਇਹ ਸਮੱਸਿਆ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਆ ਰਹੀ ਆ, ਇਹਨੂੰ ਸਮਾਪਤ ਕਰਨ ਵਾਸਤੇ ਸਰਕਾਰ ਆਪਣਾ ਕੰਮ ਕਰੇ, ਪਰ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦਾ ਸਹਿਯੋਗ ਵੀ ਲਵੇ। ਇਹ ਨਾ ਹੋਵੇ ਕਿ ਗੈਂਗਸਟਰਸ ਦੇ ਨਾਂ ਦੇ ਉੱਤੇ ਇਨੋਸੈਂਟ ਲੋਕਾਂ ਨੂੰ ਫੜ ਕੇ, ਜੇ ਕਿਸੇ ਦੇ ਘਰ ਜ਼ਬਰਦਸਤੀ ਰੋਟੀ ਖਾ ਲਈ ਆ, ਜਾਂ ਕਿਤੇ ਪਾਣੀ ਪੀ ਲਿਆ ਵਾ, ਜਾਂ ਕਿਸੇ ਦਾ ਮੋਟਰਸਾਈਕਲ ਗਿਆ, ਜੋ ਹਾਲ ਅੱਤਵਾਦ ਦੇ ਵਿੱਚ ਹੋਇਆ ਸੀਗਾ, ਜੋ ਪੁਲਿਸ ਨੇ ਕੀਤਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਇਨੋਸੈਂਟ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਕੁੱਟਿਆ ਸੀਗਾ, ਔਰ ਬਾਅਦ 'ਚ ਉਹਨਾਂ ਦੇ ਮੁੰਡੇ ਵੀ ਦੌੜ ਗਏ ਸੀ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਸਰਕਾਰ ਇੱਕ ਪਾਸੇ ਲਾਅ ਐਂਡ ਆਰਡਰ ਦੀ ਗੱਲ ਕਰਦੀ ਆ, ਦੂਸਰੇ ਪਾਸੇ ਸਰਕਾਰ ਨੂੰ ਲੋਕਾਂ ਦੇ ਵਿੱਚ ਕੌਨਫੀਡੈਂਸ ਲੈਣਾ ਪਊਗਾ, ਤੇ ਇਹਦੇ ਨਾਲ ਜਿਹੜੀ ਖਾਸ ਕਰਕੇ ਜਿਹੜੀਆਂ ਇਸ਼ੂਜ਼ ਹੈਗੇ ਆ ਉਹਨਾਂ 'ਤੇ ਧਿਆਨ ਦੇਣਾ ਪਊਗਾ। ਇਹ ਗੱਲ ਬਹੁਤ ਠੀਕ ਹੈਗੀ ਆ ਕਿ ਹੁਣ ਗ੍ਰਾਮ ਸਭਾਵਾਂ ਦੀ ਗੱਲ ਕਰਦੇ ਆ, ਪੰਚਾਇਤਾਂ ਦੀ ਗੱਲ ਕਰਦੇ ਆ, ਸਰਕਾਰ ਨੂੰ ਜਿਹੜੀ ਗ੍ਰਾਸ ਰੂਟ ਲੈਵਲ ਜਿਹੜੀ ਪੋਲੀਟੀਕਲ ਪ੍ਰੋਸੈਸ ਹੈ ਉਹਨੂੰ ਸਟਰੈਂਥਨ ਕਰਨਾ ਪਊਗਾ। ਸਾਡੀਆਂ ਪਿੰਡਾਂ ਦੀ ਜਿਹੜੀ ਰਾਜਨੀਤੀ ਆ, ਪਿੰਡਾਂ ਦੀ ਸਮਾਜਿਕ ਵਿਵਸਥਾ ਹੈ, ਪਿੰਡਾਂ ਦੀ ਆਰਥਿਕ ਵਿਵਸਥਾ ਹੈਗਾ, ਉਹਨੂੰ ਸਟਰੈਂਥਨ ਕਰਨਾ ਪਊਗਾ। ਇਹ ਕਿਸ ਕਿਸਮ ਦਾ ਮਾਹੌਲ ਸਿਰਜਣਾ ਪਊਗਾ, ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਚੰਗੀ ਵਿੱਦਿਆ ਦਾ ਪ੍ਰਬੰਧ ਕਰਨਾ ਪਊਗਾ, ਸਪੋਰਟਸ ਲਿਆਉਣੀ ਪਊਗੀ ਉਹਦੇ ਵਿੱਚੋਂ, ਜਾਂ ਇਹ ਵੀ ਗੱਲ ਹੈਗੀ ਕਿ ਨਾਲ ਜਿਹੜੀਆਂ ਚੀਜ਼ਾਂ ਗੈਂਗਸਟਰਿਜ਼ਮ ਨੂੰ, ਜਾਂ ਉਹੋ ਜਿਹਾ ਲਿਟਰੇਚਰ
ਜਾਂ ਉਹ ਜਿਹੜਾ ਗਾਉਣ ਵਜਾਉਣ ਦਾ ਕੰਮ ਹੈਗਾ ਉਹਨੂੰ ਸਟ੍ਰਿਕਟਲੀ ਬੈਨ ਕਰਨਾ ਪਊਗਾ, ਜਾਂ ਜਿਸ ਕਿਸਮ ਦੀ ਲਿਬਰਟੀ ਪਿਛਲੇ ਸਮੇਂ ਦੇ ਵਿੱਚ, ਮੈਂ ਇਹ ਵੀ ਕਹਿਣਾ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੇ ਸ਼ਰਾਬ ਵੇਚਣ ਵਾਲੇ ਠੇਕੇਦਾਰ ਸੀਗੇ, ਇਹ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਪੈਲਸਾਂ ਦੇ ਵਿੱਚ ਜਾ ਕੇ ਬੇਇੱਜ਼ਤੀ ਕਰਦੀ ਸੀ, ਉਹ ਵੀ ਆਪਣੇ ਆਪ ਕਿਸਮ ਦਾ ਇੱਕ ਗੈਂਗਸਟਰਿਜ਼ਮ ਹੁੰਦਾ ਸੀਗਾ ਕਿ ਤੁਸੀਂ ਸ਼ਰਾਬ ਸਾਡੇ ਤੋਂ ਨਹੀਂ ਖਰੀਦੀ, ਧੱਕਾ ਕਰਦੇ ਸੀਗੇ, ਪੁਲਿਸ ਵੀ ਉੱਥੇ ਹੈਲਪਲੈਸ ਸੀਗੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਉਹਨੂੰ ਵੀ ਪੈਟਰੋਨੇਜ ਜਿਹੜਾ ਸੀਗਾ ਇਹ ਤੁਹਾਡੇ ਪੋਲੀਟੀਕਲ ਲੀਡਰ ਹੀ ਕਰਦੇ ਸੀਗੇ। ਸੋ ਕਹਿਣ ਤੋਂ ਭਾਵ ਹੈਗਾ ਕਿ ਇਹ 'ਚ ਕੋਈ ਸੱਚਾਈ ਨਹੀਂ ਹੈ, ਪਰ ਇਹ ਸਰਕਾਰ ਜਿਹੜੀ ਇਹ ਨਹੀਂ ਕਿ ਲੰਮੇ ਸਮੇਂ ਤੱਕ ਇਸ ਬਹਾਨਾ ਲੈ ਕੇ ਕਿ ਉਹਨਾਂ ਨੇ ਪੈਦਾ ਕੀਤਾ ਜੀ, ਇਹਨਾਂ ਨੂੰ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ, ਦਿਆਨਤਦਾਰੀ ਨਾਲ ਕਰਨੀ ਚਾਹੀਦੀ। ਔਰ ਲੱਗਦਾ ਵੀ ਆ ਕਿ ਸ਼ਾਇਦ ਇਹ ਜਿਹੜਾ ਇਹਨਾਂ ਦੇ ਕੋਈ ਐਕਸਟਰਨਲ ਪ੍ਰੈਸ਼ਰ ਨਹੀਂ ਹੈਗਾ, ਔਰ ਜਿੰਨਾ ਚਿਰ ਇਹ ਇਸ ਤਰੀਕੇ ਦੇ ਉੱਤੇ ਕੰਮ ਕਰਦੇ ਰਹਿਣਗੇ, ਮੈਂ ਕਿਹਾ ਵੀ ਲੋਕਾਂ ਦੀ ਸਪੋਰਟ ਮਿਲੂਗੀ। ਫਿਰ ਇਹਨਾਂ ਨੂੰ ਵੋਟਾਂ ਲੈਣ ਵਾਸਤੇ ਜਿਹੜੀਆਂ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਜੋ ਹੱਥ ਕੰਡੇ ਵਰਤਦੀਆਂ ਸੀਗੀਆਂ ਜਾਂ ਜੋ ਕੰਮ ਕਰਦੀਆਂ ਸੀ, ਉਹ ਫਿਰ ਇਸ ਸਰਕਾਰ ਨੂੰ ਕਰਨ ਦੀ ਲੋੜ ਨਹੀਂ ਹੈਗੀ। ਲੋਕੀ ਆਪ ਮਹਾਰੇ ਆਣ ਕੇ ਇਹਨਾਂ ਦੀ ਬੈਕ ਤੇ ਖੜੇ ਹੋਣਗੇ ਔਰ ਇਹਨਾਂ ਨੂੰ ਸਪੋਰਟ ਕਰਨਗੇ, ਔਰ ਜਿਹੜੀ ਸਰਕਾਰ ਹੈਗੀ ਆ ਉਹਦੇ ਨਾਲ ਧਿਰ ਬਣ ਕੇ ਖੜੇ ਹੋਣਗੇ। ਔਰ ਇਹ ਜਿਹੜੀਆਂ ਲੋਕਾਂ ਨੇ ਜਿਨ੍ਹਾਂ ਨੇ ਗੈਂਗਸਟਰ ਨੂੰ ਪੈਦਾ ਕਰਨ 'ਚ ਮਦਦ ਕੀਤੀ ਆ, ਜਿਨ੍ਹਾਂ ਨੇ ਉਹਨੂੰ ਪੈਟਰੋਨੇਜ ਕੀਤਾ, ਜਿਨ੍ਹਾਂ ਨੇ ਉਹਨੂੰ ਬਚਾਇਆ, ਜਾਂ ਜਿਨ੍ਹਾਂ ਨੇ ਕਤਲੋ-ਗਾਰਤ ਵਾਸਤੇ ਵਰਤਿਆ ਵਾ, ਇਹ ਹੌਲੀ ਹੌਲੀ ਆਈਸੋਲੇਟ ਹੋ ਜਾਣਗੇ। ਤੇ ਇਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੋਸੀਬਲੀ ਕੋਈ ਚੰਗੀ ਚੀਜ਼ ਜਿਹੜੀ ਆ, ਚੰਗੀ ਜਿਹੜੀ ਡਿਵੈਲਪਮੈਂਟ ਹੈਗੀ ਆ ਪੋਲੀਟੀਕਲ ਪ੍ਰੋਸੈਸ ਦੇ ਵਿੱਚ, ਉਹ ਇਨੀਸ਼ੀਏਟ ਹੋ ਸਕਦੀ ਆ। ਬਿਲਕੁਲ ਸਰ, ਬਿਲਕੁਲ ਜੀ। ਇਹ ਤਾਂ ਗੱਲ ਕਲੀਅਰ ਹੈ ਵੀ ਜਿਸ ਤਰ੍ਹਾਂ ਕਹਿੰਦੇ ਹੋਏ ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ ਕਿ ਹੁਣ ਪੁਸ਼ਤਪਨਾਈ ਨਹੀਂ ਹੋਏਗੀ, ਜੋ ਉਹਨਾਂ ਦੇ ਗੌਡਫਾਦਰ ਸੀਗੇ ਰਾਜਨੀਤੀ ਵਿੱਚ ਗੈਂਗਸਟਰਾਂ ਦੇ, ਉਹ ਨਹੀਂ ਰਹੇ, ਉਹਨਾਂ ਨੂੰ ਕੋਈ ਸਮਰਥਨ ਨਹੀਂ ਹੈਗਾ ਹੁਣ, ਤੇ ਖਤਮ ਕਰ ਦੇਵਾਂਗੇ ਅਸੀਂ ਇਹਨਾਂ ਸਾਰੇ ਗੈਂਗਸਟਰਵਾਦ ਨੂੰ। ਤੇ ਉਹਦੇ ਲਈ ਚਾਹੇ ਦਬਾਅ ਦੇ ਵਿੱਚ ਹੀ, ਪਰ ਸਰਕਾਰ ਕੰਮ ਜ਼ਰੂਰ ਕਰ ਰਹੀ ਹੈ। ਜੇਕਰ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਦੀ ਦੇਖੀਏ ਤਾਂ ਲਗਾਤਾਰ ਜੋ ਗੈਂਗਸਟਰਵਾਦ ਸੀਗਾ ਉਹਨੂੰ ਨਕੇਲ ਪੈਂਦੀ ਹੋਈ ਜ਼ਰੂਰ ਸਾਹਮਣੇ ਨਜ਼ਰ ਆ ਰਹੀ ਹੈ, ਵੀ ਨਕੇਲ ਪਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਸੋ ਸੇਖੋ ਸਾਹਿਬ, ਤੁਸੀਂ ਗੱਲਬਾਤ ਕਰ ਲਈ, ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਗੱਲ ਮੈਂ ਐਡ ਕਰਨੀ ਚਾਹੁੰਦਾ ਇਹਦੇ ਵਿੱਚ, ਜੀ ਜੀ, ਇਹ ਸਾਰੀਆਂ ਐਕਟੀਵਿਟੀਜ਼ ਦੇ ਨਾਲ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਬਣਨਾ ਸ਼ੁਰੂ ਹੋ ਗਿਆ, ਜਿਹੜਾ ਪਹਿਲੀਆਂ ਸਰਕਾਰਾਂ ਦੇ ਵਿੱਚ ਨਹੀਂ ਸੀ ਹੁੰਦਾ ਜੀ। ਪਹਿਲੀਆਂ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਸੀ, ਗੱਡੀਆਂ ਭਜਾਉਂਦੀ ਸੀ, ਘੋੜੇ ਭਜਾਉਂਦੇ ਸੀ, ਬੰਦੇ ਭਜਾਉਂਦੇ ਸੀ, ਫੜਦੇ ਸੀ, ਕਰਦੇ ਸੀਗੇ, ਪਰ ਉਹ ਲੱਗਦਾ ਸੀ ਵੀ ਅਖੀਰ ਦੇ ਉੱਤੇ ਜਾ ਕੇ ਮੁੱਕ ਮਕਈਆ ਹੋ ਜਾਣਾ, ਕਿਤੇ ਨਾ ਕਿਤੇ ਖੱਬੇ ਪਾਸਿਓਂ ਸੱਜੇ ਪਾਸਿਓਂ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਣਾ। ਹੁਣ ਲੋਕਾਂ ਨੂੰ ਥੋੜਾ ਲੱਗਦਾ ਹੈ ਜੀ ਕਿ ਨਹੀਂ ਯਾਰ, ਇਹ ਥੋੜੀ ਆਸ ਆ। ਮੈਂ ਨਹੀਂ ਕਹਿੰਦਾ ਵੀ ਇਹ ਜਿਹੜੀ ਹੈਗੀ 5-7% ਬਿਗਨਿੰਗ ਹੋਈ ਆ ਸਰਕਾਰ ਦੇ ਉੱਤੇ ਆਸ ਬਣਦੀ ਵੀ ਇਹ ਸਰਕਾਰ, ਕਿਉਂਕਿ ਇਹਦੇ ਉੱਤੇ ਕੋਈ ਬਹੁਤ ਪੁਰਾਣੀ ਲਾਇਬਿਲਿਟੀ ਨਹੀਂ ਹੈ, ਕੋਈ ਬੈਗੇਜ ਨਹੀਂ ਹੈ, ਕੋਈ ਪ੍ਰੈਸ਼ਰ ਜਿਹੜਾ ਕਹਿੰਦੇ ਨਹੀਂ ਹੈਗਾ, ਜਾਂ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਉਸ ਕਿਸਮ ਦੀ ਨਹੀਂ ਹੈ ਕਿ ਕੋਈ ਇਹਨਾਂ ਨੂੰ ਕੋਸੂਗਾ, ਤੇ ਇਸ ਕਰਕੇ ਬਹੁਤ ਚੰਗੀ ਸ਼ੁਰੂਆਤ ਹੈ। ਔਰ ਇਹ ਸ਼ੁਰੂਆਤ ਨੂੰ ਹੋਰ ਜ਼ਿਆਦਾ ਸਟਰੈਂਥਨ ਕਰਨ ਦੀ ਲੋੜ ਹੈਗੀ, ਤਾਂ ਕਿ ਲੋਕਾਂ ਦਾ ਵਿਸ਼ਵਾਸ, ਜਦੋਂ ਲੋਕਾਂ ਦਾ ਵਿਸ਼ਵਾਸ ਇਹ ਜਿੱਤ ਲੈਣਗੇ, ਇਹ ਸਮੱਸਿਆ ਜਿਹੜੀ ਹੈਗੀ ਆ ਹੌਲੀ ਹੌਲੀ ਜਿਹੜੀ ਆ ਉਹ ਖਤਮ ਹੋਣੀ, ਆਪਣੇ ਆਪ ਹੀ ਖਤਮ ਹੋਣ ਵਾਲੇ ਪਾਸੇ ਨੂੰ ਚੱਲ ਪਊਗੀ। ਬਿਲਕੁਲ ਸਰ, ਬਿਲਕੁਲ। ਸੇਖੋ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਸੇਖੋ ਸਾਹਿਬ, ਜਿਨ੍ਹਾਂ ਦੇ ਵੱਲੋਂ ਅੱਜ ਇਸ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਚਰਚਾ ਵੀ ਬਿਲਕੁਲ ਸਟ੍ਰਿਕਟ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।